ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਦੀਨ ਗਰੀਬੀ ਆਪਣੀ, ਕਰਤੇ ਹੋਏ ਸੋ ਹੋਏ। ਕਬੀਰ ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਉਹ ਨਿਤ ਸੁਨੈ ਹਰ ਨਾਮ ਜਸ, ਉਹ ਪਾਪ ਬਿਸਾਹਨ ਜਾਏ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਗੁਰਬਾਣੀ ਦੀ ਕਥਾ ਸਾਡੇ ਮਨ ਦੀ ਮੈਲ ਨੂੰ ਦੂਰ ਕਰ ਦਿੰਦੀ ਹੈ। ਮਨ ਦੀ ਮੈਲ ਕਿਹੜੀ ਹੈ? ਕਈ ਵਾਰੀ ਸਾਡੇ ਮਨ ਦੇ ਅੰਦਰ ਗੁਰਬਾਣੀ ਦੇ ਸੰਬੰਧ ਵਿੱਚ, ਪਰਮਾਰਥ ਦੇ ਸੰਬੰਧ ਵਿੱਚ, ਅਕਾਲ ਪੁਰਖ ਦੇ ਸੰਬੰਧ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਹਨ। ਜਦੋਂ ਅਸੀਂ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਾਡੇ ਸਾਰੇ ਸ਼ੰਕਿਆਂ ਨੂੰ ਸਤਿਗੁਰੂ ਨਿਵਰਤ ਕਰ ਦਿੰਦੇ ਹਨ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ, ਉਹਨਾਂ ਦੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 50 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਅਗਲੇ ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਕਬੀਰ ਭਗਤ ਜੀ, ਜਿਹੜੇ ਆਦਮੀ ਕਿਸੇ ਗੁਰੂ ਪੀਰ ਦੇ ਨਹੀਂ ਬਣਦੇ ਤੇ ਨਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ, ਉਹਨਾਂ ਦੀ ਹਾਲਤ, ਉਹਨਾਂ ਦੀ ਦਸ਼ਾ ਉਚਾਰਨ ਕਰਦੇ ਹਨ। ਕਬੀਰ ਨੇ ਗੁਸਾਏ ਬਹਿ ਗਏ। ਜਿਹੜੇ ਬੇਪੀਰੇ, ਬੇਮੁਰਸ਼ਦੇ, ਨਗੁਰੇ ਤੇ ਰੱਬ ਨੂੰ ਵੀ ਮੰਨਣ ਵਾਲੇ ਨਹੀਂ, ਐਸੇ ਜਿਹੜੇ ਨਿਖਸਮੇ ਲੋਕ ਨੇ, ਉਹ ਇਸ ਕਾਲ ਦਰਿਆ ਦੇ ਵਿੱਚ ਅਥਵਾ ਮਾਇਆ ਦੀ ਨਦੀ ਵਿੱਚ
ਅਥਵਾ ਵਿਸ਼ੇ ਵਾਸ਼ਨਾ ਦੇ ਹੜ੍ਹ ਦੇ ਵਿੱਚ ਰੁੜ ਗਏ ਹਨ। ਥੰਗੀ ਨਾਹੀ ਕੋਏ, ਥੰਗੀ ਦਾ ਅਰਥ ਹੈ ਉਹਨਾਂ ਨੂੰ ਥੰਮੀ ਦੇਣ ਵਾਲਾ, ਉਹਨਾਂ ਦੀ ਸਹਾਇਤਾ ਕਰਨ ਵਾਲਾ, ਉਹਨਾਂ ਰੁੜਦਿਆਂ ਨੂੰ ਬਚਾਉਣ ਵਾਲਾ ਕੋਈ ਮਲਾਹ ਨਹੀਂ ਮਿਲਦਾ। ਕਿਉਂ? ਜਿਹੜੇ ਹੈ ਹੀ ਨਗੁਰੇ, ਹੈ ਹੀ ਨਖਸਮੇ। ਹੁਣ ਜੇ ਤਾਂ ਖਸਮ ਵਾਲੇ ਹੋਣ, ਗੁਰੂ ਵਾਲੇ ਹੋਣ, ਗੁਰੂ ਤਾਂ ਸਹਾਇਤਾ ਕਰ ਸਕਦੇ ਨੇ, ਪਰ ਜਿਹੜਾ ਗੁਰੂ ਵਾਲਾ ਬਣਿਆ ਹੀ ਨਹੀਂ, ਉਹਦੀ ਸਹਾਇਤਾ ਕਿਸ ਨੇ ਕਰਨੀ ਹੈ? ਇਸੇ ਲਈ ਭਾਈ ਗੁਰੂ ਵਾਲੇ ਬਣਨਾ ਚਾਹੀਦਾ ਹੈ। ਨਹੀਂ ਤੇ ਜਿਹੜੇ ਨਖਸਮੇ ਨੇ, ਨਗੁਰੇ ਨੇ, ਉਹ ਕਾਲ ਦਰਿਆ ਵਿੱਚ ਰੁੜ ਜਾਂਦੇ ਹਨ। ਉਹਨਾਂ ਨੂੰ ਥੰਮੀ ਦੇਣ ਵਾਲਾ, ਸਹਾਇਤਾ ਕਰਨ ਵਾਲਾ, ਉਹਨਾਂ ਦੀ ਜਾਨ ਨੂੰ ਬਚਾਉਣ ਵਾਲਾ ਕੋਈ ਮਲਾਹ ਨਹੀਂ ਟੱਕਰਦਾ। ਦੀਨ ਗਰੀਬੀ ਆਪਣੀ, ਕਰਤੇ ਹੋਏ ਸੋ ਹੋਏ। ਭਗਤ ਕਬੀਰ ਜੀ ਫਰਮਾਉਂਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਮਨ ਦੀ ਗਰੀਬੀ, ਨਿਮਰਤਾ ਬਖਸ਼ਿਸ਼ ਕੀਤੀ ਹੈ, ਫਿਰ ਉਹ ਗੁਰੂ ਦੀ ਸ਼ਰਨ ਆਉਂਦੇ ਨੇ। ਨਿਮਾਣੇ ਨਤਾਣੇ ਹੋ ਕੇ ਗੁਰੂ ਦੇ ਦਰ ਤੇ ਟਹਿ ਪੈਂਦੇ ਨੇ। ਮੇਲ ਲਹੋ ਦਇਆਲ ਟਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ ਪ੍ਰਮਤ ਬਹੁ ਹਾਰਿਆ। ਅਤੇ ਗੁਰੂ ਮਹਾਰਾਜ ਫਿਰ ਉਹਨਾਂ ਦੀ ਬਾਂਹ ਫੜ ਲੈਂਦੇ ਨੇ। ਇਉਂ ਜਿਨ੍ਹਾਂ ਨੂੰ ਮਨ ਦੀ ਗਰੀਬੀ, ਮਨ ਦੀ ਹਲੀਮੀ, ਨਿਰਮਾਣਤਾ ਦੀ ਦਾਤ ਬਖਸ਼ਿਸ਼ ਕੀਤੀ ਹੈ, ਫਿਰ ਉਹ ਗੁਰੂ ਵਾਲੇ ਬਣਦੇ ਨੇ। ਕਰਤੇ ਹੋਏ ਸੋ ਹੋਏ, ਫਿਰ ਉਹ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਹਨ। ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਜੋ ਹੋ ਰਿਹਾ ਹੈ, ਉਹ ਕਹਿੰਦੇ ਹੋ ਹੀ ਜਾਵੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਫਿਰ ਉਹ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਹਨ। ਕਬੀਰ ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਜੇ ਕੋਈ ਰੱਬ ਦਾ ਭਗਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਰਿਹਾ ਹੈ, ਉਹਦੇ ਪਾਸ ਕੂਕਰ ਦਾ ਅਰਥ ਹੈ ਰਾਰੇ ਨੂੰ ਸਿਆਰੀ ਇਸਤਰੀ ਲਿੰਗ ਹੈ। ਰੱਬ ਦੇ ਪਿਆਰਿਆਂ ਦੇ ਘਰ ਦੇ ਵਿੱਚ ਕੁੱਤੀ ਵੀ ਰਹਿੰਦੀ ਹੋਵੇ, ਕੂਕਰ ਕੁੱਤੇ ਨੂੰ ਕਹਿੰਦੇ ਨੇ, ਪਰ ਇੱਥੇ ਰਾਰੇ ਨੂੰ ਸਿਆਰੀ ਇਸਤਰੀ ਲਿੰਗ ਬਣਾਇਆ ਹੈ। ਕਬੀਰ ਭਗਤ ਜੀ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੁੱਤੀ ਵੀ ਚੰਗੀ ਹੈ। ਸਾਕਤ ਕੀ ਬੁਰੀ ਮਾਏ, ਜਿਹੜਾ ਸਾਕਤ ਪੁਰਸ਼ ਹੈ, ਚੋਰ ਯਾਰ ਹੈ, ਭੈੜੇ ਕੰਮ ਕਰ ਰਿਹਾ ਹੈ, ਉਹਦੀ ਮਾਂ ਉਸ ਦੇ ਨਾਲੋਂ ਬੁਰੀ ਹੈ, ਮਾੜੇ ਕਰਮਾਂ ਵਾਲੀ ਹੈ ਤੇ ਬਹੁਤ ਮੰਦ ਭਾਗਣ ਹੈ। ਉਹ ਨਿਤ ਸੁਨੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਭਗਤ ਕਬੀਰ ਜੀ ਦੇ ਪਾਸ ਕੁਛ ਪ੍ਰੇਮੀ ਬੈਠੇ ਸਨ ਸੰਗਤ ਵਿੱਚ। ਉਹ ਕਹਿਣ ਲੱਗੇ, ਭਗਤ ਜੀ ਤੁਸੀਂ ਇਹ ਕਮਾਲ ਦੀ ਗੱਲ ਕਰ ਦਿੱਤੀ ਹੈ। ਕੀ ਸਾਕਤਾਂ ਦੀ ਮਾਂ ਕੁੱਤੀ ਨਾਲੋਂ ਭੈੜੀ ਹੁੰਦੀ ਹੈ? ਉਹ ਕਿਵੇਂ? ਇਹਦੇ ਬਾਰੇ ਕੋਈ ਦ੍ਰਿਸ਼ਟਾਂਤ ਦਿਓ। ਤਾਂ ਭਗਤ ਜੀ ਅੱਗੇ ਸਪਸ਼ਟੀਕਰਨ ਦਿੰਦੇ ਹਨ, ਜਿਹੜੀ ਰੱਬ ਦੇ ਸੰਤਾਂ ਦੇ ਘਰ ਦੇ ਵਿੱਚ ਕੁੱਤੀ ਰਹਿੰਦੀ ਹੈ, ਜਦੋਂ ਉੱਥੇ ਦੀਵਾਨ ਸਜਦੇ ਨੇ, ਅੰਮ੍ਰਿਤ ਬਾਣੀ ਦਾ ਨਿਤਨੇਮ ਹੁੰਦਾ ਹੈ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ, ਜਾਂ ਸੋਦਰ ਦੀ ਚੌਂਕੀ ਲੱਗਦੀ ਹੈ, ਜਾਂ ਫਿਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਹੁੰਦੀ ਹੈ, ਉਹ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ, ਵਾਹਿਗੁਰੂ ਦੇ ਜਸ ਨੂੰ ਸੁਣਦੀ ਹੈ। ਇਸ ਵਾਸਤੇ ਉਹ ਚੰਗੀ ਹੈ, ਉਹ ਪਾਪ ਵਿਸਾਹਨ ਜਾਏ। ਪਰ ਜਿਹੜੀ ਸਾਕਤ ਦੀ ਮਾਂ ਹੈ, ਉਹਨੇ ਇੱਧਰ ਲੁੱਤੀ ਲਾਈ, ਉੱਧਰ ਚੁਗਲੀ ਕੀਤੀ, ਲੋਕਾਂ ਨੂੰ ਲੜਾਉਂਦੀ ਫਿਰਦੀ ਹੈ, ਲੋਕਾਂ ਦੇ ਨਾਲ ਠੱਗੀਆਂ ਮਾਰਦੀ ਫਿਰਦੀ ਹੈ। ਉਹ ਪਾਪ ਖਰੀਦਣ ਵਾਸਤੇ ਜਾਂਦੀ ਹੈ, ਉਹ ਪਾਪ ਵਸਾਉਣ ਵਾਸਤੇ ਜਾਂਦੀ ਹੈ। ਇਸ ਵਾਸਤੇ ਅਸੀਂ ਕੁੱਤੀ ਨੂੰ ਚੰਗਾ ਕਿਹਾ ਹੈ ਅਤੇ ਸਾਕਤ ਦੀ ਮਾਂ ਨੂੰ ਮਾੜਾ ਕਿਹਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇੱਕ ਬਚਨ ਲਿਖਿਆ ਹੈ, ਜਿਨ ਹਰ ਹਿਰਦੈ ਨਾਮ ਨਾ ਬਸਿਓ,
ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇਹ ਫਿਰਹਿ ਬਿਨ ਨਾਵੈ, ਓਏ ਖੱਪ ਖੱਪ ਮੋਇ ਕਰਾਂਝਾ। ਕਈ ਜਿਹੜੇ ਬਹੁਤੇ ਆਪਣੇ ਆਪ ਨੂੰ ਦਾਰਸ਼ਨਿਕ ਸਮਝਦੇ ਨੇ, ਉਹ ਲੋਕ ਸਵਾਲ ਕਰਦੇ ਹਨ ਵੀ ਗੁਰੂ ਮਹਾਰਾਜ ਨੇ ਇਸਤਰੀ ਜਾਤੀ ਦੀ ਨਿੰਦਿਆ ਕੀਤੀ ਹੈ, ਤਿਨ ਮਾਤ ਕੀਜੈ ਹਰ ਬਾਂਝਾ, ਉਹਨੂੰ ਗਾਲ ਕੱਢੀ ਹੈ। ਇਹਦੇ ਪਿੱਛੇ ਕਾਰਨ ਸਮਝੋ। ਹੁਣ ਜੇ ਸਾਕਤ ਦੀ ਮਾਂ ਜਿਉਂਦੀ ਹੈ, ਇੱਕ ਸਾਕਤ ਨੇ ਉਮਰ ਭੋਗ ਕੇ ਮਰ ਜਾਣਾ, ਫਿਰ ਉਹ ਹੋਰ ਸਾਕਤਾਂ ਨੂੰ ਜਨਮ ਦੇਵੇਗੀ। ਸਤਿਗੁਰੂ ਲੰਬੀ ਸੋਚ ਦੇ ਨਾਲ, ਦੀਰਘ ਦ੍ਰਿਸ਼ਟੀ ਦੇ ਨਾਲ ਇਹ ਬਚਨ ਕਹਿੰਦੇ ਨੇ। ਉਹ ਫੈਕਟਰੀ ਜਿਸ 'ਤੇ 2 ਨੰਬਰ ਦਾ ਮਾਲ ਤਿਆਰ ਹੁੰਦਾ ਹੋਵੇ, ਜੇ ਉਹ ਬੰਦ ਨਹੀਂ ਹੁੰਦੀ ਤੇ ਬਲੈਕ ਮਾਰਕੀਟ, ਕਾਲਾ ਬਾਜ਼ਾਰੀ, ਉਹ ਵੀ ਖਤਮ ਨਹੀਂ ਹੋ ਸਕਦੀ। ਇਸੇ ਵਾਸਤੇ ਉਹ ਫੈਕਟਰੀ ਬੰਦ ਹੋਣੀ ਚਾਹੀਦੀ ਜਿੱਥੋਂ ਕਾਲਾ ਮਾਲ ਤਿਆਰ ਹੁੰਦਾ ਹੈ। ਇਸ ਭਾਵਨਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਭਗਤ ਕਬੀਰ ਜੀ ਨੇ ਵੀ ਇੱਥੇ ਗੱਲ ਆਖੀ ਹੈ ਵੀ ਜਿਹੜੀ ਮਹਾਂਪੁਰਖਾਂ ਦੇ ਘਰ ਦੇ ਵਿੱਚ ਕੁੱਤੀ ਰਹਿੰਦੀ ਹੈ, ਉਹ ਵਾਹਿਗੁਰੂ ਦਾ ਨਾਮ ਸੁਣਦੀ ਹੈ, ਬਾਣੀ ਸੁਣਦੀ ਹੈ, ਉਹਦੇ ਨਾਲ ਉਹਦੇ ਮਨ ਨੂੰ ਸਕੂਨ ਮਿਲਦਾ ਹੈ। ਅਤੇ ਜਿਹੜੀ ਸਾਕਤਾਂ ਦੀ ਮਾਂ ਹੈ, ਉਹ ਪਾਪ ਵਿਹਾਜਣ ਵਾਸਤੇ ਜਾਂਦੀ ਹੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ। ਇੱਕ ਚੋਰਾਂ ਦੀ ਮਾਂ ਸੀ, ਉਹਦੇ 4 ਪੁੱਤ ਸਨ, ਚਾਰੇ ਚੋਰੀਆਂ ਕਰਦੇ ਸਨ। ਇਸ ਨੇ ਕੀ ਕਰਨਾ, ਦਿਨੇ ਪਿੰਡ ਵਿੱਚ ਗੇੜਾ ਦੇਣਾ, ਜਿਹੜੇ ਚੰਗੇ ਘਰ ਹੁੰਦੇ ਸਨ ਉਹਨਾਂ ਦੇ ਘਰ ਜਾਣਾ, ਉੱਥੇ ਜਾ ਕੇ ਮਿੱਠੀਆਂ ਮਿੱਠੀਆਂ ਮੂੰਹ ਠੱਗਣੀਆਂ, ਗੱਲਾਂ ਕਰਨੀਆਂ। ਮਾਈਆਂ ਬੀਬੀਆਂ ਦਾ ਸੁਭਾਅ ਹੀ ਹੁੰਦਾ ਹੈ ਗੱਲਾਂ ਕਰਨ ਦਾ, ਚੁਗਲੀਆਂ ਕਰਨ ਦਾ। ਅਤੇ ਫਿਰ ਇਸ ਨੇ ਕੀ ਕਰਨਾ, ਉਸ ਜਗ੍ਹਾ ਦਾ ਪਤਾ ਲਾਉਣਾ ਜਿੱਥੇ ਉਹਨਾਂ ਦਾ ਕੀਮਤੀ ਸਮਾਨ ਰੱਖਿਆ ਹੁੰਦਾ ਸੀ, ਜਿਵੇਂ ਜੀਵਰਾਤ, ਗਹਿਣੇ, ਮਾਇਆ, ਨਕਦੀ, ਉਸ ਦਾ ਖਿਆਲ ਰੱਖਣਾ। ਫਿਰ ਇਸ ਨੇ ਮਾਲਕ ਦੇਣੀ ਉੱਠਣਾ, ਉੱਥੇ ਜਾ ਕੇ ਹਿੰਗ ਲੈ ਕੇ ਜਾਂਦੀ ਸੀ, ਹਿੰਗ ਦੀ ਡਲੀ ਰੱਖੀ ਹੋਣੀ, ਹਿੰਗ ਦੇ ਵਿੱਚੋਂ ਸਮੈਲ ਆਉਂਦੀ ਹੈ, ਅਤੇ ਆਪਣੇ ਘਰ ਆ ਜਾਣਾ ਅਤੇ ਨਾਲ ਹੀ ਆ ਕੇ ਆਪਣੇ ਚੋਰ ਪੁੱਤਰਾਂ ਨੂੰ ਕਹਿਣਾ, ਤੁਸੀਂ ਅੱਜ ਫਲਾਨੀ ਘਰ ਜਾਇਓ, ਜਿੱਥੇ ਕੀਮਤੀ ਸਮਾਨ ਪਿਆ ਹੈ, ਸੋਨਾ, ਚਾਂਦੀ, ਨਕਦੀ, ਕੋਈ ਵੀ ਕੀਮਤੀ ਸਮਾਨ ਹੈ, ਮੈਂ ਉੱਥੇ ਹਿੰਗ ਰੱਖ ਕੇ ਆਈ ਹਾਂ, ਤੁਸੀਂ ਉੱਥੋਂ ਜਾ ਕੇ ਚੋਰੀ ਕਰ ਲਿਓ। ਹੁਣ ਇਹੋ ਜਿਹੀਆਂ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਨੂੰ ਚੋਰ ਬਣਾਉਂਦੀਆਂ ਨੇ, ਫਿਰ ਉਹਨਾਂ ਨੂੰ ਕਿਵੇਂ ਚੰਗਾ ਕਿਹਾ ਜਾ ਸਕਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਪਾਪਾਂ ਨੂੰ ਵਿਹਾਜਣ ਵਾਸਤੇ ਜਾਂਦੀ ਹੈ, ਅਤੇ ਜਿਹੜੀ ਸੰਤਾਂ ਦੇ ਡੇਰੇ ਵਿੱਚ ਕੁੱਤੀ ਰਹਿੰਦੀ ਹੈ, ਉਹ ਵਾਹਿਗੁਰੂ ਦਾ ਜਸ ਬਾਣੀ ਸੁਣਦੀ ਹੈ। ਕਬੀਰ ਹਰਨਾ ਦੂਬਲਾ, ਇਹੋ ਹਰਿਆਰਾ ਤਾਲ। ਲੋ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਇਹੋ ਹਰਿਆਰਾ ਤਾਰ, 99 ਕਰਕੇ ਅਰਥ ਲੱਗੇਗਾ। ਇਹ ਸੰਸਾਰ ਤਾਲ ਇੱਕ ਐਸਾ ਸਰੋਵਰ ਹੈ ਜਿਹਦੇ 4 ਛਪੇਰੇ, ਹਰੀ ਹਰੀ ਅੰਗੂਰੀ, ਹਰਾ ਹਰਾ ਘਾਹ, ਹਰਿਆਵਲਤਾ ਬਹੁਤ ਹੈ। ਕਬੀਰ ਹਰਨਾ ਦੁਬਲਾ, ਦੂਜੇ ਪਾਸੇ ਇਹ ਜਿਹੜਾ ਜੀਵ ਹੈ, ਦੁਬਲਾ ਦਾ ਅਰਥ ਹੈ ਕਮਜ਼ੋਰ, ਨਿਰਬਲ, ਇੱਕ ਹਰਨ ਦੀ ਤਰ੍ਹਾਂ ਹੈ। ਜਿਵੇਂ ਕੋਈ ਕਮਜ਼ੋਰ ਜਿਹਾ ਹਰਨ ਤਲਾਅ ਦੇ ਨੇੜੇ ਹਰੇ ਘਾਹ ਨੂੰ ਵੇਖ ਕੇ ਉਸ ਘਾਹ ਖਾਣ ਵਾਸਤੇ ਉਸ ਦਾ ਜੀਅ ਕਰਦਾ ਹੈ, ਅਤੇ ਜਦੋਂ ਉਸ ਹਰੇ ਭਰੇ ਘਾਹ ਵਾਲੇ ਹਰਿਆਵਲਤਾ ਦੇ ਨਾਲ ਭਰੇ ਹੋਏ ਤਲਾਅ ਦੇ ਕੋਲੋਂ ਜਾਂਦਾ ਹੈ। ਲਾਖ ਅਹੇਰੀ ਏਕ ਜਿਉ, ਕੇਤਾ ਬੰਚੋ ਕਾਲ। ਉਹਦੇ ਆਲੇ ਦੁਆਲੇ ਲੱਖਾਂ ਹੀ ਅਹੇਰੀ ਦਾ ਅਰਥ ਹੈ ਸ਼ਿਕਾਰੀ, ਦਾਓ ਲਾ ਕੇ ਬੈਠ ਜਾਂਦੇ ਨੇ। ਹੁਣ ਉਹ ਹਰਨ ਇੱਕ ਜੀਵ ਹੈ, ਇੱਕ ਜਾਨਵਰ ਹੈ, ਲੱਖਾਂ ਸ਼ਿਕਾਰੀ ਉਹਦੇ ਮਗਰ ਲੱਗੇ ਹੋਏ ਨੇ। ਕੇਤਾ ਬੰਚੋ ਕਾਲ, ਉਹ ਕਿੰਨਾ ਕੁ ਚਿਰ ਕਾਲ ਤੋਂ ਬਚ ਸਕਦਾ।
ਅੰਤਰੀ ਭਾਵ ਇਹ ਹੈ, ਇਹ ਸੰਸਾਰ ਇੱਕ ਤਲਾਅ ਹੈ, ਇਹਦੇ ਆਲੇ ਦੁਆਲੇ ਹਰੀ ਹਰੀ ਅੰਗੂਰੀ ਹੈ, ਬੜੀ ਹਰਿਆਵਲਤਾ। ਆ ਜਿਹੜੇ ਨਸ਼ੇ ਹਨ, ਵਿਸ਼ੇ ਹਨ, ਇਹ ਇੱਕ ਹਰਾ ਹਰਾ ਘਾਹ ਉੱਗਿਆ ਹੋਇਆ। ਇਹ ਜਿਹੜਾ ਜੀਵ ਰੂਪ ਦੁਬਲਾ ਜਿਹਾ ਕਮਜ਼ੋਰ ਜਿਹਾ ਹਰਨ ਹੈ, ਇਹ ਉਸ ਵਿਸ਼ਿਆਂ ਦੇ ਘਾਹ ਨੂੰ ਚਰਨ ਵਾਸਤੇ ਸੰਸਾਰ ਸਰੋਵਰ ਦੇ ਵਿੱਚ ਵਿਚਰ ਰਿਹਾ ਹੈ। ਪਰ ਇਸ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਜਦੋਂ ਮੈਂ ਵਿਸ਼ਿਆਂ ਦਾ, ਨਸ਼ਿਆਂ ਦਾ ਘਾਹ ਚੁਗਣ ਵਾਸਤੇ ਗਿਆ, ਮੇਰੇ ਮਗਰ ਲੱਖਾਂ ਸ਼ਿਕਾਰੀ ਲੱਗੇ ਹੋਏ ਨੇ। ਉਹ ਲੱਖਾਂ ਸ਼ਿਕਾਰੀ ਕਿਹੜੇ ਨੇ? ਜਿਹੜੇ ਕੋਈ ਹੋਰ ਨਸ਼ੇੜੀ ਨੇ, ਅਮਲੀ ਨੇ, ਪੋਸਤੀ ਨੇ, ਡਰੱਗੀ ਨੇ, ਪੁਲਿਸ ਵਾਲੇ ਨੇ, ਟਾਊਟ ਨੇ, ਉਹ ਸਾਰੇ ਉਹਦੇ ਮਗਰ ਲੱਗੇ ਹੁੰਦੇ ਨੇ, ਇਹਨੂੰ ਫੜਨਾ। ਹੁਣ ਉਹ ਵਿਚਾਰਾ ਇਕੱਲਾ ਹੀ ਹੈ। ਕੇਤਾ ਬੰਚੋ ਕਾਲੇ, ਜੀਵ ਕਿੰਨਾ ਚਿਰ ਕਾਲ ਤੋਂ ਬਚ ਸਕਦਾ ਹੈ? ਉਹਦੇ ਸਿਰ ਉੱਤੇ ਮੌਤ ਮੰਡਰਾਉਂਦੀ ਹੈ। ਜੇ ਇੱਕ ਸ਼ਿਕਾਰੀ ਹੋਵੇ, ਹੋ ਸਕਦਾ ਹੈ ਉਸ ਦੀ ਮਾਰ ਤੋਂ ਬਚ ਜਾਵੇ, ਪਰ ਜਦੋਂ ਲੱਖਾਂ ਸ਼ਿਕਾਰੀਆਂ ਨੇ ਕਿਸੇ ਹਰਨ ਨੂੰ ਘੇਰ ਲਿਆ ਹੋਵੇ, ਕਾਲ ਸਭ ਤੋਂ ਵੱਡਾ ਸ਼ਿਕਾਰੀ ਹੈ, ਤੇ ਫਿਰ ਕੌਣ ਉਸ ਨੂੰ ਮੌਤ ਤੋਂ ਬਚਾ ਸਕਦਾ? ਨਹੀਂ ਬਚ ਸਕਦਾ। ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਲੋ ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ। ਹੁਣ ਉੱਥੇ ਗੰਗਾ ਨਦੀ ਵਗਦੀ ਸੀ। ਬਹੁਤ ਸਾਰੇ ਲੋਕ ਜਿਹੜੇ ਗੰਗਾ ਨੂੰ ਮਾਤਾ ਕਹਿੰਦੇ ਨੇ, ਗੰਗਾ ਨੂੰ ਵੱਡਾ ਤੀਰਥ ਮੰਨਦੇ ਹਨ, ਉਹਨਾਂ ਦੇ ਅੰਦਰ ਇੱਕ ਭਾਵਨਾ ਪੈਦਾ ਹੋ ਜਾਂਦੀ ਹੈ ਵੀ ਲੋਕੀ ਗੰਗਾ 'ਤੇ ਨਹਾਉਣ ਵਾਸਤੇ ਜਾਂਦੇ ਨੇ, ਕਿਉਂ ਨਾ ਆਪਾਂ ਉਸ ਗੰਗਾ 'ਤੇ ਜਾ ਕੇ ਹੀ ਪਲਾਟ ਖਰੀਦ ਲਈਏ, ਘਰ ਬਣਾ ਲਈਏ ਅਤੇ ਉੱਥੇ ਹਮੇਸ਼ਾ ਰਿਹਾ ਕਰਾਂਗੇ। ਕਿਉਂ? ਗੰਗਾ ਇੱਕ ਤੀਰਥ ਹੈ, ਤੀਰਥਾਂ ਵਾਲੀ ਧਰਤੀ ਬਹੁਤ ਪਵਿੱਤਰ ਹੁੰਦੀ ਹੈ। ਇਸ ਖਿਆਲ ਦੇ ਨਾਲ ਬਹੁਤੇ ਲੋਕ ਉਹ ਗੰਗਾ ਦੇ ਕਿਨਾਰੇ ਜਾ ਕੇ ਘਰ ਬਣਾ ਕੇ ਉੱਥੇ ਰਹਿਣ ਲੱਗ ਜਾਂਦੇ ਨੇ। ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਇੱਕ ਗਲਤ ਫਹਿਮੀ ਪੈਦਾ ਹੋ ਜਾਂਦੀ ਹੈ ਵੀ ਹੁਣ ਸਾਨੂੰ ਭਗਤੀ ਕਰਨ ਦੀ ਲੋੜ ਨਹੀਂ ਹੈ, ਨਾਮ ਜਪਣ ਦੀ ਲੋੜ ਨਹੀਂ ਹੈ, ਸਿਮਰਨ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂ? ਹੁਣ ਅਸੀਂ ਗੰਗਾ 'ਤੇ ਰਹਿੰਦੇ ਹਾਂ, ਗੰਗਾ 'ਤੇ ਉਂਝ ਹੀ ਪਾਪ ਲਾ ਦਿੰਦੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਸੋਚ ਬਿਲਕੁਲ ਗਲਤ ਹੈ। ਇਸ ਤਰ੍ਹਾਂ ਤੁਹਾਡੀ ਕਲਿਆਣ ਨਹੀਂ ਹੋ ਸਕਦੀ। ਕਬੀਰ ਭਗਤ ਜੀ ਉਹਨਾਂ ਲੋਕਾਂ ਦਾ ਵਹਿਮ ਭਰਮ ਦੂਰ ਕਰਦੇ ਹਨ। ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਜਿਹੜੇ ਲੋਕ ਗੰਗਾ ਦੇ ਕਿਨਾਰੇ 'ਤੇ ਜਾ ਕੇ ਘਰ ਬਣਾ ਲੈਂਦੇ ਨੇ, ਉੱਥੇ ਰਹਿੰਦੇ ਨੇ, ਪੀਵਹਿ ਨਿਰਮਲ ਰੀਤ, ਤੇ ਜਿਹੜਾ ਗੰਗਾ ਦਾ ਬੜਾ ਨਿਰਮਲ ਉੱਜਲ ਪਾਣੀ ਹੈ, ਪਵਿੱਤਰ ਜਲ ਹੈ, ਉਹ ਵੀ ਛਕ ਲੈਂਦੇ ਹਨ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਪਰ ਭਗਤ ਜੀ ਕਹਿੰਦੇ ਨੇ ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਉਹ ਮੁਕਤ ਨਹੀਂ ਹੋ ਸਕਦੇ। ਇਉਂ ਕਹਿ ਰਮੇ ਕਬੀਰ, ਇਉਂ ਕਹਿ ਕੇ ਕਬੀਰ ਭਗਤ ਜੀ ਰਮੇ ਦਾ ਅਰਥ ਅੱਗੇ ਲੰਘ ਗਏ। ਭਾਵ ਜਿਹੜੇ ਗੰਗਾ ਦੇ ਪ੍ਰੇਮੀ ਸਨ, ਜਿਹੜੇ ਗੰਗਾ ਨੂੰ ਮਾਤਾ ਕਹਿ ਕੇ ਉਹਦਾ ਜਸ ਗਾਉਂਦੇ ਸਨ, ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਹੁਣ ਤੇ ਤੁਸੀਂ ਗੰਗਾ 'ਤੇ ਆ ਕੇ ਰਹਿਣ ਲੱਗ ਪਏ ਹੋ, ਹੁਣ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ, ਹੁਣ ਤੇ ਸਿੱਧੇ ਬੈਕੁੰਠ ਵਿੱਚ ਜਾਵੋਗੇ। ਭਗਤ ਜੀ ਕਹਿੰਦੇ ਨੇ ਬਿਨਾਂ ਭਗਤੀ ਤੋਂ ਜਮਾਂ ਦੀ ਸਜ਼ਾ ਤੋਂ ਮੁਕਤ ਨਹੀਂ ਹੋਇਆ ਜਾਣਾ। ਇਸ ਲਈ ਭਗਤੀ ਕਰਨੀ ਜ਼ਰੂਰੀ ਹੈ। ਚਾਹੇ ਤੁਸੀਂ ਤੀਰਥਾਂ 'ਤੇ ਰਹੋ ਅਤੇ ਚਾਹੇ ਤੁਸੀਂ ਆਪਣੇ ਘਰ ਦੇ ਵਿੱਚ ਰਹੋ, ਚਾਹੇ ਕਾਂਸ਼ੀ ਵਿੱਚ ਰਹੋ, ਚਾਹੇ ਹੜੰਬਾ ਧਰਤੀ ਵਿੱਚ ਰਹੋ, ਭਗਤੀ ਕਰਨ ਵਾਲੇ ਮੁਕਤ ਹੁੰਦੇ ਹਨ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਅੱਗੋਂ ਜਿਹੜੇ ਗੰਗਾ ਦੇ ਭਗਤ ਸਨ ਕਹਿਣ ਲੱਗੇ, ਕੀ ਤੁਸੀਂ ਗੰਗਾ ਦੇ ਨਾਲੋਂ ਵਾਹਿਗੁਰੂ ਦੀ ਭਗਤੀ ਨੂੰ ਜ਼ਿਆਦਾ ਵੱਡਾ ਤੀਰਥ ਮੰਨਦੇ ਹੋ, ਜ਼ਿਆਦਾ ਪਵਿੱਤਰ ਮੰਨਦੇ ਹੋ? ਭਗਤ ਜੀ ਕਹਿੰਦੇ ਬਿਲਕੁਲ। ਲੋ ਭਗਤ ਜੀ ਕਹਿੰਦੇ ਨੇ ਮੈਂ ਵਾਹਿਗੁਰੂ ਦੀ ਭਗਤੀ ਕੀਤੀ, ਕਬੀਰ ਮਨ ਨਿਰਮਲ ਭਇਆ,
ਹੁਣ ਮੇਰਾ ਮਨ ਭਗਤੀ ਕਰਕੇ ਨਾਮ ਜਪ ਕੇ ਇੰਨਾ ਪਵਿੱਤਰ ਹੋ ਗਿਆ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜੇ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਵਿੱਚ ਸਭ ਤੋਂ ਵੱਡਾ ਤੀਰਥ ਪਰਮੇਸ਼ਰ ਦਾ ਨਾਮ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾਮ ਵੱਡਾ ਤੀਰਥ ਇਸ ਲਈ ਹੈ, ਜਿੱਥੇ ਕੋਈ ਰੱਬ ਦਾ ਪਿਆਰਾ ਬੈਠ ਕੇ ਨਾਮ ਜਪਦਾ ਹੈ, ਸਾਰੇ ਤੀਰਥ ਉਹਦੇ ਚਰਨਾਂ ਵਿੱਚ ਆ ਕੇ ਸਮਾ ਜਾਂਦੇ ਹਨ। ਇਸੇ ਲਈ ਭਗਤ ਜੀ ਕਹਿੰਦੇ ਨੇ, ਅਸੀਂ ਵਾਹਿਗੁਰੂ ਦੀ ਕੀਤੀ ਹੈ ਭਗਤੀ, ਅਸੀਂ ਜਪਿਆ ਨਾਮ, ਭਰੀਐ ਮਤ ਪਾਪਾਂ ਕੈ ਸੰਗਹੁ ਧੋਪੈ ਨਾਵੈ ਕੈ ਰੰਗ। ਸਿਮਰਨ ਭਗਤੀ ਕਰਕੇ ਸਾਡਾ ਮਨ ਇੰਨਾ ਨਿਰਮਲ ਹੋ ਗਿਆ ਹੈ, ਜਿਵੇਂ ਗੰਗਾ ਦਾ ਪਾਣੀ ਤੁਸੀਂ ਪਵਿੱਤਰ ਆਖਦੇ ਹੋ। ਪਾਸ਼ੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਉਹ ਭਗਤ ਜੀ ਕਹਿੰਦੇ ਹੁਣ ਐਸੀ ਖੇਡ ਬਣ ਗਈ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੇ ਪਿੱਛੇ ਲੱਗਿਆ ਫਿਰਦਾ। ਪਹਿਲਾਂ ਤੇ ਭਗਤ ਭਗਵਾਨ ਦੇ ਪਿੱਛੇ ਤਰਲੇ ਲੈਂਦਾ ਫਿਰਦਾ ਹੈ, ਪਰ ਜਦੋਂ ਭਗਤੀ ਕਰਕੇ ਕਿਸੇ ਦਾ ਮਨ ਨਿਰਮਲ ਹੋ ਜਾਂਦਾ ਹੈ, ਫਿਰ ਵਾਹਿਗੁਰੂ ਆਪਣੇ ਭਗਤਾਂ ਨਾਲ ਆਪਣੇ ਪੁੱਤਰਾਂ ਵਾਂਗੂ ਸਨੇਹ ਕਰਦਾ ਹੈ। ਜਿਵੇਂ ਕਈ ਵਾਰੀ ਛੋਟਾ ਬੱਚਾ ਜਦੋਂ ਘਰੋਂ ਨਿਕਲਦਾ ਨਾ, ਉਹਦਾ ਪਿਤਾ ਆਵਾਜ਼ਾਂ ਮਾਰਦਾ, ਉਹ ਕਬੀਰ, ਉਹ ਕਬੀਰ। ਬੱਚੇ ਦਾ ਕੋਈ ਵੀ ਨਾਮ ਹੋਵੇ, ਉਹ ਲੈ ਲੈ ਕੇ ਆਵਾਜ਼ਾਂ ਮਾਰਦਾ ਹੈ, ਪਿੱਛੇ ਮੁੜ, ਮੈਂ ਤੈਨੂੰ ਲੈਣ ਵਾਸਤੇ ਆ ਰਿਹਾ। ਇਹ ਹੈ ਅਕਥ ਕਹਾਣੀ ਪ੍ਰੇਮ ਕੀ। ਇਹ ਹੈ ਪ੍ਰੇਮ ਦੀ ਖੇਡ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਹੁਣ ਉਹ ਵਾਹਿਗੁਰੂ ਸਾਡੇ ਪਿੱਛੇ ਲੱਗਿਆ ਫਿਰਦਾ ਹੈ, ਅਤੇ ਨਾਲ ਉੱਚੀ ਉੱਚੀ ਸਾਡਾ ਨਾਂ ਲੈ ਕੇ ਬੁਲਾਉਂਦਾ ਹੈ, ਐ ਕਬੀਰ, ਐ ਕਬੀਰ, ਮੇਰੀ ਗੱਲ ਸੁਣ, ਮੈਂ ਤੈਨੂੰ ਮੁਕਤੀ ਦੇਣਾ ਹਾਂ, ਮੈਂ ਤੈਨੂੰ ਬ੍ਰਹਮ ਗਿਆਨ ਦੇਣਾ ਹਾਂ। ਅਤੇ ਇਉਂ ਵਾਹਿਗੁਰੂ ਸਾਡੇ ਨਾਲ ਪਿਆਰ ਕਰ ਰਿਹਾ ਹੈ। ਕਬੀਰ ਹਰਿ ਦੀ ਪੀਅਰੀ, ਚੂਨਾ ਉਜਲ ਪਾਏ। ਜੀਵ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ। ਲਓ ਹੁਣ ਭਗਤ ਕਬੀਰ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਨੇ। ਕਬੀਰ ਹਰਿ ਦੀ ਪੀਅਰੀ, ਹਲਦੀ ਦਾ ਰੰਗ ਪੀਲਾ ਹੁੰਦਾ ਹੈ। ਚੂਨਾ ਉਜਲ ਪਾਏ, ਜਿਹੜਾ ਚੂਨਾ ਹੁੰਦਾ ਹੈ, ਜਿਸ ਨੂੰ ਕਲੀ ਵੀ ਕਹਿ ਦਿੰਦੇ ਨੇ, ਚੂਨੇ ਦਾ ਰੰਗ ਬਿਲਕੁਲ ਚਿੱਟਾ ਦੁੱਧ ਵਰਗਾ ਸਫੈਦ ਹੁੰਦਾ ਹੈ। ਲੋ ਭਗਤ ਜੀ ਕਹਿੰਦੇ ਨੇ ਵੀ ਜਿਵੇਂ ਹਲਦੀ ਪੀਲੀ ਹੁੰਦੀ ਹੈ ਅਤੇ ਚੂਨਾ ਬੜੇ ਚਿੱਟੇ ਸਫੈਦ ਰੰਗ ਦਾ ਹੁੰਦਾ ਹੈ। ਰਾਮ ਸਨੇਹੀ ਤੋ ਮਿਲੈ, ਦੋਨੋਂ ਵਰਨ ਗਵਾਏ। ਰਾਮ ਪਰਮੇਸ਼ਰ ਤੇ ਸਨੇਹੀ ਜਿਹੜਾ ਉਹਦਾ ਪਿਆਰਾ ਹੈ, ਪ੍ਰੇਮੀ ਹੈ, ਉਹ ਆਪਸ ਵਿੱਚ ਤਾਂ ਮਿਲ ਸਕਦੇ ਹਨ, ਦੋਨੋਂ ਵਰਨ ਗਵਾਏ। ਉਹ ਦੋਵੇਂ ਆਪਣੇ ਪਹਿਲੇ ਰੰਗ ਗਵਾ ਦੇਣ, ਦੋਵੇਂ ਆਪਣੇ ਰੰਗ ਛੱਡ ਦੇਣ, ਫਿਰ ਉਹਨਾਂ ਦਾ ਅਸਲੀ ਮਿਲਾਪ ਹੁੰਦਾ। ਜਦੋਂ ਤੁਸੀਂ ਹਲਦੀ ਅਤੇ ਚੂਨੇ ਨੂੰ ਕਿਸੇ ਖਰਲ ਦੇ ਵਿੱਚ ਪਾ ਕੇ ਅਤੇ ਕਿਸੇ ਕੁੰਡੇ ਵਿੱਚ ਪਾ ਕੇ ਉਸ ਨੂੰ ਰਗੜਦੇ ਹੋ ਨਾ, ਅਤੇ ਫਿਰ ਹਲਦੀ ਪੀਲੀ ਹੁੰਦੀ ਹੈ ਅਤੇ ਚੂਨੇ ਦਾ ਰੰਗ ਚਿੱਟਾ ਹੁੰਦਾ ਹੈ। ਫਿਰ ਉਹ ਨਾ ਤਾਂ ਹਲਦੀ ਦਾ ਪੀਲਾ ਰੰਗ ਰਹਿੰਦਾ ਅਤੇ ਨਾ ਹੀ ਚੂਨੇ ਦਾ ਚਿੱਟਾ ਰੰਗ ਰਹਿੰਦਾ। ਫਿਰ ਇੱਕ ਲਾਲ ਜਿਹਾ ਰੰਗ ਉਹਦੇ ਵਿੱਚੋਂ ਪੈਦਾ ਹੁੰਦਾ। ਲੋ ਭਗਤ ਜੀ ਕਹਿੰਦੇ ਨੇ ਲਾਲ ਰੰਗ ਪ੍ਰੇਮ ਦਾ ਮੰਨਿਆ। ਹਲਦੀ ਪੀਲੀ ਹੈ ਅਤੇ ਚੂਨੇ ਦਾ ਰੰਗ ਚਿੱਟਾ ਹੁੰਦਾ ਹੈ। ਪਰਮੇਸ਼ਰ ਅਤੇ ਰੱਬ ਦਾ ਪਿਆਰਾ ਭਗਤ ਤਾਂ ਮਿਲਦਾ ਹੈ, ਦੋਨੋਂ ਵਰਨ ਗਵਾਏ, ਜਦੋਂ ਦੋਵੇਂ ਰੰਗ ਨੂੰ ਗਵਾ ਦਿੰਦੇ ਨੇ। ਜੀਵ ਅਲਪਗਤਾ ਨੂੰ ਛੱਡ ਦੇਵੇ ਅਤੇ ਈਸ਼ਵਰ ਸਰਬਗਤਾ ਨੂੰ ਛੱਡ ਦੇਵੇ, ਅਤੇ ਜਦੋਂ ਇਹ ਦੁਬਦਾ ਦੂਰ ਹੋ ਗਈ, ਭਗਤ ਅਤੇ ਭਗਵਾਨ ਪਰਮੇਸ਼ਰ ਦਾ ਪਿਆਰਾ ਅਤੇ ਪਰਮੇਸ਼ਰ ਜਦੋਂ ਦੋਵੇਂ ਵਾਰਨ ਰੰਗ ਗਵਾ ਦਿੰਦੇ ਨੇ, ਅਥਵਾ ਜੀਵ ਪੁਣਾ ਛੱਡ ਦਿੰਦਾ ਹੈ, ਈਸ਼ਵਰ ਪੁਣਾ ਛੱਡ ਦਿੰਦਾ ਹੈ, ਫਿਰ ਦੋਹਾਂ ਦਾ ਆਪਸ ਵਿੱਚ ਪ੍ਰੇਮ ਹੋ ਜਾਂਦਾ ਹੈ, ਇੱਕ ਦੂਸਰੇ ਨਾਲ ਅਭੇਦ ਹੋ ਜਾਂਦੇ ਹਨ।
ਕਬੀਰ ਹਰ ਦੀ ਪੀਰ ਤਨ ਹਰੈ, ਚੂਨ ਚਿਹ ਨਾ ਰਹਾਏ। ਲੋ ਭਗਤ ਕਬੀਰ ਜੀ ਫਿਰ ਉਸੇ ਹੀ ਅੱਗੇ ਸਿਧਾਂਤ ਨੂੰ ਪ੍ਰਕਰਨ ਨੂੰ ਲੈ ਕੇ ਦੂਜਾ ਸ਼ਲੋਕ ਉਚਾਰਨ ਕਰਦੇ ਹਨ ਵੀ ਜਿਹੜੀ ਹਲਦੀ ਹੈ ਉਹਨੂੰ ਆਪਣੀ ਪੀਲਤਾਂ ਨੂੰ ਛੱਡ ਦੇਣਾ ਚਾਹੀਦਾ ਹੈ। ਹਲਦੀ ਦਾ ਰੰਗ ਪੀਲਾ ਹੁੰਦਾ ਹੈ ਨਾ, ਅਤੇ ਜਦੋਂ ਉਸ ਨੂੰ ਖਰਲ ਵਿੱਚ ਕੁੰਡੇ ਵਿੱਚ ਪਾ ਕੇ ਰਗੜਿਆ ਜਾਂਦਾ ਹੈ ਚੂਨੇ ਅਤੇ ਹਲਦੀ ਨੂੰ, ਉਹ ਆਪਣੀ ਪੀਲਤਣ ਨੂੰ ਛੱਡ ਦਿੰਦੀ ਹੈ। ਚੂਨ ਚਿਹ ਨਾ ਰਹਾਏ, ਜਿਹੜਾ ਚੂਨਾ ਚਿੱਟੇ ਰੰਗ ਦਾ ਹੁੰਦਾ ਹੈ ਉਹਦਾ ਵੀ ਚਿੱਟੇ ਰੰਗ ਦਾ ਚਿਹਨ ਚੱਕਰ ਫਿਰ ਉੱਤੇ ਦਿਖਾਈ ਨਹੀਂ ਦਿੰਦਾ, ਉਹ ਵੀ ਨਹੀਂ ਰਹਿੰਦਾ। ਬਲਿਹਾਰੀ ਇਹ ਪ੍ਰੀਤ ਕੋ, ਜਿਹ ਜਾਤ ਬਾਰਨ ਕੁਲ ਜਾਏ। ਅਸੀਂ ਇਸ ਪ੍ਰੀਤੀ ਤੋਂ ਬਲਿਹਾਰ ਜਾਂਦੇ ਹਾਂ, ਅਤੇ ਜਿਸ ਨੂੰ ਪ੍ਰਾਪਤ ਕਰਕੇ ਨਾ ਉੱਥੇ ਕੋਈ ਜਾਤੀ ਦਾ ਉੱਚੀ ਨੀਵੀਂ ਜਾਤ ਦਾ ਸਵਾਲ ਰਹਿੰਦਾ ਅਤੇ ਨਾ ਹੀ ਕੋਈ ਵਰਨ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ, ਅਤੇ ਜਾਂ ਵਰਨ ਦਾ ਅਰਥ ਹੈ ਕੋਈ ਰੰਗ ਰੂਪ ਹੀ ਵੱਖਰਾ ਰਹਿੰਦਾ ਹੈ, ਅਤੇ ਨਾ ਹੀ ਕੋਈ ਕੁਲ ਉੱਥੇ ਵੱਖਰੀ ਰਹਿੰਦੀ ਹੈ। ਕਿਉਂਕਿ ਪ੍ਰੇਮ ਦੀ ਕੋਈ ਜਾਤੀ ਨਹੀਂ, ਕੋਈ ਸ਼੍ਰੇਣੀ ਨਹੀਂ, ਕੋਈ ਕੁਲ ਨਹੀਂ, ਪ੍ਰੇਮ ਕਿਤੇ ਵੀ ਹੋ ਸਕਦਾ। ਇਸੇ ਲਈ ਕਬੀਰ ਹਰ ਦੀ ਪੀਰੀ, ਇਹ ਜਿਹੜਾ ਜੀਵ ਹੈ ਹਲਦੀ ਵਾਂਗੂ ਹੈ, ਇਹ ਆਪਣੀ ਪੀਰਤਨ ਹਰੈ, ਇਹ ਪੀਰਤਨ ਪਾਠ ਕਰਨਾ ਹੈ। ਕਬੀਰ ਹਰ ਦੀ ਪੀਰਤਨ ਹਰੈ, ਵੀ ਇਹ ਜਿਹੜੀ ਜੀਵ ਰੂਪੀ ਹਲਦੀ ਹੈ, ਜੀਵ ਇਸਤਰੀ ਹੈ, ਇਹ ਆਪਣੇ ਜਿਹੜੀ ਜੀਵ ਪੁਣੇ ਨੂੰ ਅਲਪਗਤਾ ਨੂੰ ਤਿਆਗ ਦੇਵੇ, ਅਤੇ ਜਿਹੜਾ ਚੂਨੇ ਤੋਂ ਭਾਵ ਉੱਜਲ ਰੰਗ ਵਾਲਾ ਈਸ਼ਵਰ ਹੈ, ਅਤੇ ਉਹ ਆਪਣਾ ਈਸ਼ਵਰ ਪੁਣਾ ਗਵਾ ਦੇਵੇ। ਜੀਵ ਅਲਪਗਤਾ ਛੱਡ ਦੇਵੇ, ਈਸ਼ਵਰ ਸਰਬਗਤਾ ਛੱਡ ਦੇਵੇ, ਅਤੇ ਜਦੋਂ ਇਹ ਭਾਵਨਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਦੋਵੇਂ ਪਾਸਿਆਂ ਤੋਂ, ਤਾਂ ਭਗਤ ਜੀ ਕਹਿੰਦੇ ਨੇ ਉਹ ਪ੍ਰੀਤ ਸੱਚੀ ਹੋ ਨਿਬੜਦੀ ਹੈ। ਇਹੋ ਜਿਹੀ ਪ੍ਰੀਤ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਫਿਰ ਉੱਥੇ ਜਾਤ, ਉੱਚੀ ਨੀਵੀਂ ਜਾਤ, ਉੱਚਾ ਨੀਵਾਂ ਵਰਨ, ਉੱਚਾ ਨੀਵਾਂ ਧਰਮ, ਕਾਲਾ ਪੀਲਾ ਰੰਗ ਅਤੇ ਉੱਚੀ ਨੀਵੀਂ ਕੁਲ, ਇਹ ਸਭ ਚਲੇ ਜਾਂਦੇ ਹਨ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਪਾਏ। ਫਿਰ ਕਬੀਰ ਭਗਤ ਜੀ ਨੂੰ ਕਿਸੇ ਪ੍ਰੇਮੀ ਨੇ ਆ ਕੇ ਪੁੱਛਿਆ ਬਈ ਮਹਾਰਾਜ, ਤੁਸੀਂ ਤਾਂ ਜੀਵਨ ਮੁਕਤੀ ਨੂੰ ਪ੍ਰਾਪਤ ਕੀਤਾ ਹੋਇਆ ਹੈ, ਸਾਨੂੰ ਇਹ ਦੱਸੋ ਜੀਵਨ ਮੁਕਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਤਾਂ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਮੁਕਤ ਦੁਆਰਾ ਸੰਕੁਰਾ, ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਨਾ, ਸੰਕੁਰਾ ਦਾ ਅਰਥ ਹੈ ਬਹੁਤ ਸੰਕੋਚਮਾ ਹੈ, ਬਹੁਤ ਭੀੜਾ ਹੈ, ਬਹੁਤ ਤੰਗ ਹੈ, ਸੂਈ ਦੇ ਨੱਕੇ ਦੇ ਨਾਲੋਂ ਵੀ ਬਹੁਤ ਮਹੀਨ ਹੈ। ਰਾਈ ਦਸੈਂ ਪਾਏ, ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ, ਅੱਜ ਜਿਵੇਂ ਸਰੋਂ ਦਾ ਦਾਣਾ ਹੁੰਦਾ ਬਹੁਤ ਛੋਟਾ ਹੁੰਦਾ, ਉਹ ਰਾਈ ਦੇ ਨਾਲੋਂ ਵੀ 10ਵਾਂ ਹਿੱਸਾ ਬਹੁਤ ਛੋਟਾ ਰਸਤਾ ਹੈ। ਮਨ ਤੋ ਮੈਗਲ ਹੋਏ ਰਹਿਓ, ਨਿਕ ਸੋ ਕਿਉ ਕਹਿ ਜਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਸਾਡਾ ਤੇ ਮਨ ਹਉਮੈ ਹੰਕਾਰ ਦੀ ਨਿਹਾਰੀ ਖਾ ਕੇ ਹਾਥੀ ਵਰਗਾ ਮੋਟਾ ਡਾਢਾ ਹੋਇਆ ਪਿਆ ਹੈ। ਨਿਕਸੋ ਕਿਉਂ ਕਰ ਜਾਏ, ਉਸ ਮੁਕਤੀ ਦੇ ਦਰਵਾਜ਼ੇ ਵਿੱਚੋਂ ਦੱਸੋ ਕਿਵੇਂ ਉਹ ਪਾਰ ਨਿਕਲ ਸਕਦਾ। ਉਹ ਰਾਈ ਨਾਲੋਂ ਵੀ 10ਵਾਂ ਹਿੱਸਾ ਭੀੜਾ ਰਸਤਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵੇਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਕੈਸਾ ਰਸਤਾ ਹੈ ਭਗਤੀ ਦਾ, ਖੰਨੇ ਹੋ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਖੰਡੇ ਦੀ ਤਾਰ ਅਤੇ ਵਾਲ ਨਾਲੋਂ ਵੀ ਉਹ ਬਾਰੀਕ ਸੂਖਮ ਰਸਤਾ ਹੈ। ਮਨ ਹੰਕਾਰ ਦੇ ਨਾਲ ਹਾਥੀ ਬਣਿਆ ਹੋਇਆ ਹੈ, ਦੱਸੋ ਉਸ ਮੁਕਤੀ ਦੇ ਦਰਵਾਜ਼ੇ ਵਿੱਚੋਂ ਦੀ ਕਿਵੇਂ ਲੰਘ ਸਕਦਾ ਹੈ। ਦਾਸ ਨੇ ਇੱਕ ਪੁਸਤਕ ਦੇ ਵਿੱਚ ਇੱਕ ਵਾਰਤਾ ਪੜ੍ਹੀ, ਬਾਈਬਲ ਦੇ ਵਿੱਚ ਲਿਖਿਆ ਹੋਇਆ, ਜੇ ਕੋਈ ਬੰਦਾ ਇਹ ਗੱਲ ਆਖੇ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਲੰਘ ਗਿਆ ਹੈ ਤੇ ਗੱਲ ਨਾਮੁਮਕਿਨ ਹੋ ਨਹੀਂ ਸਕਦੀ, ਪਰ ਰੱਬ ਦਾ ਪਿਆਰਾ ਇਸ 'ਤੇ ਵਿਸ਼ਵਾਸ ਕਰ ਲਵੇਗਾ।
ਬਈ ਵਾਹਿਗੁਰੂ ਸਭ ਕੁਝ ਕਰ ਸਕਦਾ। ਉਹ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਨੂੰ ਪਾਰ ਕਰ ਸਕਦਾ। ਪਰ ਜੇ ਕੋਈ ਬੰਦਾ ਇਹ ਆਖੇ, ਕੋਈ ਮਾਇਆਧਾਰੀ ਹੰਕਾਰੀ ਮਨੁੱਖ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ ਜਾਂ ਮੁਕਤ ਹੋ ਗਿਆ, ਇਹ ਗੱਲ ਤਿੰਨੇ ਕਾਲ ਹੀ ਨਹੀਂ ਮੰਨੀ ਜਾ ਸਕਦੀ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਦਾ ਮਨ ਹੰਕਾਰ ਦੇ ਨਾਲ ਹਾਥੀ ਬਣਿਆ ਹੋਇਆ, ਉਸ ਮੁਕਤੀ ਦੇ ਦਰਵਾਜ਼ੇ ਵਿੱਚੋਂ ਦੀ ਲੰਘ ਨਹੀਂ ਸਕਦਾ। ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਲੋਕ ਕਬੀਰ ਭਗਤ ਜੀ ਕਹਿੰਦੇ, ਜੇ ਮੁਕਤੀ ਦੀ ਦਾਤ ਪ੍ਰਾਪਤ ਕਰਨੀ ਹੈ ਨਾ, ਫਿਰ ਮੁਕਤੀ ਦਾਤਾ ਭਾਈ ਸਤਿਗੁਰੂ ਨੇ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਓ। ਸਤਿਗੁਰੂ ਵੀ ਕੈਸਾ? ਐਸਾ ਸਤਿਗੁਰੂ ਜਿਹੜਾ ਮੁਕਤੀ ਦਾਤਾ ਹੈ। ਜੇ ਮਿਲ ਜਾਵੇ ਤੁਠਾ ਕਰੇ ਪਸਾਓ, ਤੇ ਸਾਡੇ ਤੇ ਪ੍ਰਸੰਨ ਹੋ ਕੇ ਪਹਿਲਾਂ ਨਾਮ ਦੀ, ਫਿਰ ਭਗਤੀ ਸਿਮਰਨ ਦੀ, ਫਿਰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦੇਵੇ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਫਿਰ ਇਹ ਮੁਕਤੀ ਦਾ ਦਰਵਾਜ਼ਾ ਮੋਕਲਾ ਦਾ ਅਰਥ ਬਹੁਤ ਖੁੱਲ੍ਹਾ ਖੁਲਾਸਾ ਹੋ ਸਕਦਾ ਹੈ। ਸਹਜੇ ਆਵੋ ਜਾਓ, ਫਿਰ ਨਿਰਯਤਨ ਸੌਖੇ ਢੰਗ ਦੇ ਨਾਲ ਆਓ ਤੇ ਜਾਓ। ਗੁਰਮੁਖ ਆਵੈ ਜਾਏ ਨਿਸੰਗ। ਜਿਹੜੇ ਗੁਰੂ ਵਾਲੇ ਨੇ, ਗੁਰੂ ਦੇ ਆਗਿਆਕਾਰੀ ਸਿੱਖ ਨੇ, ਉਹ ਜਦੋਂ ਚਾਹੁਣ ਰੱਬ ਦੇ ਘਰ ਚਲੇ ਜਾਂਦੇ ਨੇ। ਜਦੋਂ ਚਾਹੁਣ ਉਹ ਪਰਉਪਕਾਰ ਦੇ ਲਈ ਸੰਸਾਰ ਵਿੱਚ ਆ ਜਾਂਦੇ ਨੇ। ਵਾਹਿਗੁਰੂ ਜਦੋਂ ਭੇਜਦਾ ਸੰਸਾਰ ਵਿੱਚ ਆ ਜਾਂਦੇ ਨੇ, ਅਤੇ ਜਦੋਂ ਵਾਹਿਗੁਰੂ ਸੱਦਦਾ ਹੈ ਉਹਦੇ ਪਾਸ ਚਲੇ ਜਾਂਦੇ ਹਨ। ਇਸ ਲਈ ਭਾਈ ਗੁਰੂ ਵਾਲੇ ਹੋਵੋ, ਅਤੇ ਫਿਰ ਹੀ ਤੁਹਾਨੂੰ ਇਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਸਕਦਾ ਹੈ। ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ, ਨਾ ਮੋਹੇ ਘਰ ਨਹੀਂ ਗਾਓ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਂ ਤੇ ਇੱਕ ਇਹੋ ਜਿਹਾ ਗੁੰਮਨਾਮੀ ਜਿਹਾ ਇਨਸਾਨ ਹਾਂ, ਤੇ ਗਰੀਬੜਾ ਜਿਹਾ ਮੈਂ ਇੱਕ ਇਨਸਾਨ ਹਾਂ। ਨਾ ਮੇਰੇ ਕੋਲ ਛੰਨ ਹੈ ਰਹਿਣ ਵਾਸਤੇ, ਨਾ ਛਾਪਰੀ, ਅਤੇ ਨਾ ਹੀ ਮੇਰੇ ਕੋਲ ਕੋਈ ਕੁੱਲੀ ਹੈ। ਛੰਨ ਵੱਡੀ ਹੁੰਦੀ ਜਿਹਦੇ ਵਿੱਚ ਸਾਰਾ ਪਰਿਵਾਰ ਰਹਿ ਸਕਦਾ ਹੈ। ਕੁੱਲੀ ਦੇ ਵਿੱਚ ਇੱਕ ਜਾਂ ਦੋ ਸੱਜਣ ਰਹਿ ਸਕਦੇ ਨੇ। ਲੋਕ ਭਗਤ ਜੀ ਕਹਿੰਦੇ, ਨਾ ਤੇ ਮੇਰੇ ਕੋਲ ਵੱਡੀ ਛੰਨ ਹੈ ਜਿਹਦੇ ਵਿੱਚ ਮੇਰਾ ਪਰਿਵਾਰ ਵੀ ਰਹਿ ਸਕਦਾ ਹੈ, ਨਾ ਹੀ ਮੇਰੇ ਕੋਲ ਕੁੱਲੀ ਹੈ। ਮੇਰੇ ਕੋਲ ਕੱਖ ਵੀ ਨਹੀਂ ਹੈ। ਨਾ ਮੋਏ ਘਰ ਨਹੀਂ ਗਾਓ, ਨਾ ਹੀ ਮੇਰੇ ਕੋਲ ਘਰ ਹੈ, ਤੇ ਨਾ ਹੀ ਮੇਰਾ ਕੋਈ ਗਾਉਂ ਪਿੰਡ ਹੈ। ਮਤ ਹਰ ਪੂਛੈ ਕੌਣ ਹੈ, ਮੇਰੇ ਜਾਤ ਨਾ ਨਾਓ। ਬਈ ਜੇ ਮੈਂ ਵਾਹਿਗੁਰੂ ਦੇ ਦਰ ਤੇ ਪਹੁੰਚ ਗਿਆ, ਮਤ ਦਾ ਅਰਥ ਹੈ ਸ਼ਾਇਦ, ਉਹ ਵਾਹਿਗੁਰੂ ਇਹ ਗੱਲ ਪੁੱਛ ਹੀ ਲਵੇ, ਕੌਣ ਹੈ ਭਾਈ ਮੇਰੇ ਦਰ ਤੇ ਕੌਣ ਆਇਆ ਹੈ? ਤੂੰ ਕੌਣ ਰੇ? ਤੂੰ ਕੌਣ ਹੈ ਜੋ ਮੇਰੇ ਦਰ ਤੇ ਆਇਆ ਹੈ? ਮੇਰੇ ਜਾਤ ਨਾ ਨਾਓ। ਭਗਤ ਜੀ ਦੀ ਨਿਮਰਤਾ ਹੈ ਵੀ ਨਾ ਤੇ ਮੇਰੀ ਕੋਈ ਉੱਚੀ ਜਾਤ ਹੀ ਹੈ, ਕੋਈ ਬਰਾਦਰੀ ਹੀ ਹੈ, ਅਤੇ ਨਾ ਹੀ ਮੇਰਾ ਕੋਈ ਨਾਮ ਹੈ, ਨਾ ਮੈਨੂੰ ਦੁਨੀਆ ਜਾਣਦੀ ਹੈ। ਇਸ ਲਈ ਮੈਂ ਤੇ ਇੱਕ ਬਿਲਕੁਲ ਅਗਿਆਤ ਅਜਨਬੀ ਰਾਹੀ ਮੁਸਾਫਰ ਵਾਂਗ ਹਾਂ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾ ਹਰ ਕੈ ਦੁਆਰ। ਉਹ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣੈ ਕੋਈ। ਵੀ ਮਰਦੇ ਤਾਂ ਸਾਰੇ ਨੇ, ਕੋਈ ਕਿਵੇਂ ਮੌਤ ਨੂੰ ਹਾਸਲ ਕਰਦੇ। ਪਰ ਭਗਤ ਜੀ ਕਹਿੰਦੇ ਨੇ ਸਫਲ ਮਰਨਾ ਸਮਝਣ ਦੀ ਕੋਸ਼ਿਸ਼ ਕਰੋ। ਐਸੇ ਮਰੋ ਜੇ ਬਹੁਰ ਨਾ ਮਰਨਾ। ਉਹ ਕਿਹੜੀ ਸਫਲ ਮੌਤ ਕਿਹੜੀ ਹੈ, ਉਹਦੇ ਬਾਰੇ ਭਗਤ ਕਬੀਰ ਜੀ ਚਾਨਣਾ ਪਾਉਂਦੇ ਨੇ। ਕਬੀਰ ਮੋਹ ਮਰਨੇ ਕਾ ਚਾਓ ਹੈ। ਮੇਰੇ ਮਨ ਦੇ ਵਿੱਚ ਮਰਨ ਦਾ ਚਾਅ ਹੈ। ਲੋਕ ਤੇ ਮੌਤ ਦੇ ਨਾਂ ਤੋਂ ਤ੍ਰਭਕਦੇ ਨੇ। ਜੇ ਮਰਨਾ ਸਭ ਜਗਤ ਰਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ।
ਸਾਡੇ ਮਨ ਦੇ ਵਿੱਚ ਮਰਨ ਦਾ ਚਾਅ ਹੈ। ਜਿਵੇਂ ਜੰਗ ਨੂੰ ਦੇਖ ਕੇ ਸੂਰਮਿਆਂ ਨੂੰ ਲਾਲੀਆਂ ਚੜ੍ਹ ਜਾਂਦੀਆਂ ਨੇ, ਮੈਨੂੰ ਮਰਨ ਦਾ ਚਾਅ ਹੈ। ਮਰੋਂ ਤਾਂ ਹਰਕੈ ਦੁਆਰ, ਪਰ ਮੈਂ ਇਹ ਚਾਹੁੰਦਾ ਹਾਂ ਮੈਂ ਵਾਹਿਗੁਰੂ ਦੇ ਦਰ ਉੱਤੇ ਸ਼ਹਾਦਤ ਦਾ ਜਾਮ ਪੀਵਾਂ। ਜਿਹੜੇ ਪੁਰਾਤਨ ਗੁਰਸਿੱਖ ਸਨ, ਉਹਨਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਬੜੀ ਭਾਵਨਾ ਸੀ। ਉਹ ਸਮਾਂ ਯਾਦ ਕਰੋ ਜਦੋਂ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ, ਅੰਮ੍ਰਿਤਧਾਰੀ ਸਿੰਘਾਂ ਦਾ ਸ਼ਿਕਾਰ ਖੇਡਿਆ ਜਾਂਦਾ ਸੀ। ਮੁਗਲਾਂ ਦੇ ਰਾਜ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ, ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਹੁਣ ਤੱਕ ਆਪਾਂ ਵੀ ਉਹ ਸਮਾਂ ਹੰਢਾਇਆ ਹੈ। ਕਈਆਂ ਨੇ ਸੁਣਿਆ ਹੈ, ਕਈਆਂ ਨੇ ਦੇਖਿਆ ਵੀ ਹੈ ਕਿਵੇਂ ਪੰਜਾਬ ਦੀ ਧਰਤੀ 'ਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾਂਦਾ ਸੀ। ਪਰ ਉਹ ਸਮਾਂ 1984 ਦਾ, ਜਿਸ ਨੂੰ ਆਪਾਂ ਪੰਜਵਾਂ ਘੱਲੂਘਾਰਾ ਆਖਦੇ ਹਾਂ, ਉਹ ਕਦੀ ਭੁੱਲਣ ਵਾਲਾ ਨਹੀਂ ਹੈ। ਅਤੇ ਹੁਣ ਉਸ ਵੇਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮਹਾਨ ਸੰਤ ਸਿਪਾਹੀ, ਨਾਮ ਵੀ ਜਰਨੈਲ ਸਿੰਘ, ਪੰਥ ਦੇ ਮਹਾਨ ਜਰਨੈਲ, ਉਹਨਾਂ ਦੀ ਇਹ ਅਰਦਾਸ ਹੁੰਦੀ ਸੀ ਰੋਜ਼ ਦੀ, ਮੁਝ ਮਰਨੇ ਕਾ ਚਾਉ ਹੈ। ਉਹ ਹਮੇਸ਼ਾ ਅਕਾਲ ਤਖਤ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਸ਼੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦੇ ਸਨ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਐ ਮੀਰੀ ਪੀਰੀ ਦੇ ਮਾਲਕ, ਵਡ ਜੋਧਾ ਵੋ ਪਰਉਪਕਾਰੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਰਪਾ ਕਰੋ, ਮੈਨੂੰ ਆਪਣੇ ਦਰ 'ਤੇ ਸ਼ਹੀਦੀ ਜਾਮ ਬਖਸ਼ਿਸ਼ ਕਰੋ। ਅਤੇ ਇਉਂ ਮਹਾਂਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸਨ। ਅਤੇ ਹਰ ਗੁਰਸਿੱਖ ਦੀ ਇਹ ਅਰਦਾਸ ਹੁੰਦੀ ਹੈ, ਮੇਰਾ ਸੀਸ ਗੁਰੂ ਚਰਨਾਂ ਵਿੱਚ ਲੱਗੇ। ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਵਿੱਚ ਜਾਂਦੇ ਹਾਂ, ਉੱਥੇ ਮੇਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ, ਅਤੇ ਫਿਰ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦੀਦਾਰ ਹੁੰਦੇ ਨੇ। ਉਹਦੇ ਨਾਲ ਨਾਲ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਇੱਕ ਅਸਥਾਨ ਹੈ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ। ਫਿਰ ਜਦੋਂ ਆਪਾਂ ਗੁਰਦੁਆਰਾ ਮੰਜੀ ਸਾਹਿਬ ਜਾਂ ਗੁਰੂ ਰਾਮਦਾਸ ਸਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਦੇ ਵਿੱਚ ਆਉਂਦੇ ਹਾਂ, ਅਤੇ ਖੱਬੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ। ਅਤੇ ਹੁਣ ਉੱਥੇ ਨਾਲ ਨਾਲ ਦੋ ਅਸਥਾਨ, ਇੱਕ ਥੜਾ ਸਾਹਿਬ ਨੌਵੇਂ ਪਾਤਸ਼ਾਹ ਦਾ ਜਿਹੜਾ ਨਵੇਂ ਰੂਪ ਦੇ ਵਿੱਚ ਬਣ ਰਿਹਾ ਹੈ, ਲਗਭਗ ਸੰਪੂਰਨ ਹੋ ਚੁੱਕਿਆ ਹੈ, ਅਤੇ ਦੂਸਰਾ 1984 ਦੇ ਸ਼ਹੀਦਾਂ ਦੀ ਯਾਦਗਾਰ, ਉਹ ਵੀ ਸਥਾਪਿਤ ਹੋ ਚੁੱਕੀ ਹੈ। ਜਿਹੜੇ ਗੁਰੂ ਦੀ ਖਾਤਰ ਸੀਸ ਵਾਰਦੇ ਨੇ, ਉਹਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ, ਮੇਰੇ ਮਰਨ ਦੇ ਵਿੱਚ ਚਾਹ ਹੈ, ਜੇ ਮੈਂ ਮਰਾਂ ਤੇ ਹਰ ਕੈ ਦੁਆਰ, ਰੱਬ ਦੇ ਦਰ 'ਤੇ, ਉਸ ਰੱਬ ਦੇ ਘਰ ਦੇ ਸਰਦਲ ਦੇ ਉੱਤੇ ਮੇਰਾ ਸੀਸ ਲੱਗੇ। ਇਸੇ ਲਈ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਦੋਂ ਸਾਲ ਦੇ ਵਿੱਚ ਕਰੀਬ 2 ਵਾਰੀ ਦੀਪਮਾਲਾ ਅਤੇ ਵਿਸਾਖੀ ਦੇ ਸਮੇਂ 'ਤੇ ਸਮੇਤ ਜਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ, ਸੰਗਤਾਂ ਵੀ ਬੜਾ ਪਿਆਰ ਕਰਦੀਆਂ। ਉੱਥੇ 2-2 ਹਫ਼ਤੇ 4-4 ਹਫ਼ਤੇ ਮਹਾਂਪੁਰਖ ਕਥਾ ਕਰਦੇ, ਸੰਗਤਾਂ ਬੜੇ ਪ੍ਰੇਮ ਦੇ ਨਾਲ ਕਥਾ ਸੁਣਦੀਆਂ। ਅਤੇ ਜਦੋਂ ਮਹਾਂਪੁਰਖ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਪੈਰ ਰੱਖਦੇ,
ਉਸ ਵੇਲੇ ਨਾਲ ਦੇ ਸੇਵਾਦਾਰਾਂ ਨੂੰ ਕਹਿ ਦਿੰਦੇ, ਭਾਈ ਕਿਸੇ ਨੇ ਗੱਲ ਨਹੀਂ ਕਰਨੀ, ਨਾ ਆਪ ਗੱਲ ਕਰਨੀ ਹੈ ਅਤੇ ਨਾ ਹੀ ਸਾਡੇ ਨਾਲ ਕਿਸੇ ਨੇ ਬਚਨ ਸਾਂਝਾ ਕਰਨਾ। ਤੁਸੀਂ ਉਸ ਸਮੇਂ ਨੂੰ ਧਿਆਨ ਵਿੱਚ ਰੱਖੋ। ਦਰਬਾਰ ਸਾਹਿਬ ਦੀਆਂ ਪਰਿਕਰਮਾ ਉਹ ਮਹਾਨ ਪਵਿੱਤਰ ਅਸਥਾਨ ਹੈ। ਇੱਕ ਪੱਥਰ ਦੀ ਸਿਲਾ ਦੇ ਹੇਠਾਂ ਇੱਥੇ ਅਨੇਕਾਂ ਸਿੱਖਾਂ ਦੇ ਸੀਸ ਲੱਗੇ ਹੋਏ ਨੇ। ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਗੁਰਬਖਸ਼ ਸਿੰਘ ਜੀ ਵਰਗੇ, ਹੋਰ ਅਨੇਕਾਂ ਜਿਹੜੇ ਸ਼ਹੀਦ ਨੇ ਉਹਨਾਂ ਦੇ ਇੱਥੇ ਸੀਸ ਲੱਗੇ ਹੋਏ ਨੇ। ਅਤੇ ਜਦੋਂ ਆਪਾਂ ਉੱਥੇ ਪੈਰ ਰੱਖਦੇ ਹਾਂ ਉਹਨਾਂ ਸ਼ਹੀਦਾਂ ਦੇ ਸਰੀਰ ਅਤੇ ਉਹਨਾਂ ਦੇ ਸਿਰ 'ਤੇ ਪੈਰ ਰੱਖਣ ਲੱਗੇ ਹਾਂ, ਇਹ ਭਾਵਨਾ, ਇਹ ਭੈ ਤੁਹਾਡੇ ਮਨ ਦੇ ਵਿੱਚ ਹੋਣਾ ਚਾਹੀਦਾ। ਉੱਥੇ ਦੁਨਿਆਵੀ ਗੱਲਾਂ ਨਾ ਕਰੋ। ਜਿੰਨਾ ਚਿਰ ਅੰਦਰ ਰਹਿਣਾ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਅਤੇ ਜਾਂ ਫਿਰ ਜਿਹੜਾ ਕੀਰਤਨ ਹੋ ਰਿਹਾ ਹੁੰਦਾ ਦਰਬਾਰ ਸਾਹਿਬ ਦੇ ਵਿੱਚ, ਉਹਨੂੰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੁਣੋ। ਇਸ ਗੱਲ ਦਾ ਅਹਿਸਾਸ ਮਨ ਦੇ ਵਿੱਚ ਜ਼ਰੂਰ ਰੱਖੋ ਵੀ ਅਸੀਂ ਜਿਸ ਸਿਲਾ 'ਤੇ ਪੈਰ ਰੱਖਦੇ ਹਾਂ ਇੱਥੇ ਹਜ਼ਾਰਾਂ ਸਿੱਖਾਂ ਦੇ ਸੀਸ ਲੱਗੇ ਹੋਏ ਨੇ। ਪਹਿਲਾਂ ਤੋਂ ਲੈ ਕੇ ਹੁਣ ਤੱਕ ਲੱਖਾਂ ਸੀਸ ਉੱਤੇ ਲੱਗ ਚੁੱਕੇ ਨੇ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ ਬਈ ਮੈਨੂੰ ਤਾਂ ਚਾਅ ਹੈ ਜੇ ਮੈਂ ਮਰਾਂ ਤੇ ਵਾਹਿਗੁਰੂ ਦੇ ਦਰ 'ਤੇ ਸ਼ਹੀਦੀ ਪ੍ਰਾਪਤ ਕਰਾਂ। ਮਤ ਹਰ ਪੂਛੈ ਕੌਣ ਹੈ, ਪਰਾ ਹਮਾਰੇ ਬਾਰ। ਮਤਾ ਕੋਈ ਪੁੱਛ ਹੀ ਲਵੇ। ਇਸ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਅਸਲੀ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਅਕਾਲ ਤਖਤ ਦੇ ਸੰਸਥਾਪਕ, ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਬਰਾਂ ਪੁੱਛ ਹੀ ਲੈਣ ਬਈ ਤੂੰ ਕੌਣ ਹੈ। ਮੇਰੇ ਦਰ 'ਤੇ ਜਿਸ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਤੂੰ ਕੌਣ ਹੈ। ਮੇਰੇ ਜਾਤ ਨਾ ਨਾਓ, ਪਰ ਮੇਰੀ ਨਾ ਤਾਂ ਕੋਈ ਉੱਚੀ ਜਾਤੀ ਹੈ ਅਤੇ ਨਾ ਹੀ ਕੋਈ ਮੇਰਾ ਨਾਮ ਹੈ। ਪਰ ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਸੀਸ ਕੁਰਬਾਨ ਕਰ ਦਿੰਦਾ ਹੈ, ਫਿਰ ਉਹਦਾ ਨਾਮ ਵੀ ਉੱਘਾ ਹੋ ਜਾਂਦਾ ਹੈ, ਉਹਦਾ ਨਾਮ ਵੀ ਅਮਰ ਹੋ ਜਾਂਦਾ ਹੈ ਅਤੇ ਸਾਰੀ ਦੁਨੀਆ ਦੇ ਵਿੱਚ ਉਸ ਦਾ ਸਤਿਕਾਰ ਹੁੰਦਾ ਹੈ। ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ। ਲੋ ਭਗਤ ਕਬੀਰ ਜੀ ਦਾ ਜਿਹੜਾ ਇਹ ਸ਼ਲੋਕ ਆ ਰਿਹਾ ਹੈ ਨਾ, ਇਹਦੀ ਉਥਾਨਕਾ ਸੰਪਰਦਾਇ ਭਿੰਡਰਾਂ ਦਾ 19ਵੀਂ ਟਕਸਾਲ ਦੇ ਮਹਾਂਪੁਰਖ ਗਿਆਨੀ ਸੱਜਣ ਇਹ ਸਰਵਣ ਕਰਵਾਉਂਦੇ ਹਨ ਵੀ ਭਗਤ ਕਬੀਰ ਜੀ ਦੀ ਬੜੀ ਜੈ ਜੈਕਾਰ ਹੋ ਰਹੀ ਸੀ। ਕਾਂਸ਼ੀ ਦੇ ਬੜੇ ਬੜੇ ਪੰਡਤ ਉਹਨਾਂ ਦੇ ਨਾਲ ਦਿਲੋਂ ਈਰਖਾ ਕਰਨ ਲੱਗ ਪਏ। ਕਹਿਣ ਲੱਗੇ ਆਪਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਬਦਨਾਮੀ ਕਰੀਏ। ਕਈ ਵਾਰੀ ਚਰਚਾ ਕਰਨ ਵਾਸਤੇ ਵੀ ਆਉਂਦੇ ਪਰ ਨਿਰੁੱਤਰ ਹੋ ਕੇ ਚਲੇ ਜਾਂਦੇ। ਫਿਰ ਇਹਨਾਂ ਨੇ ਇੱਕ ਐਸੀ ਸਕੀਮ ਬਣਾਈ। ਕਹਿਣ ਲੱਗੇ ਆਪਾਂ ਕਬੀਰ ਜੀ ਦੇ ਨਾਂ ਦੇ ਉੱਤੇ ਆਲੇ ਦੁਆਲੇ ਸਾਰੇ ਇਲਾਕੇ ਵਿੱਚ ਅਤੇ ਸਾਰੇ ਸ਼ਹਿਰ ਦੇ ਵਿੱਚ ਇਹ ਸੰਦੇਸ਼ ਪਹੁੰਚਾ ਦਈਏ, ਇਹ ਮੁਨਿਆਦੀ ਕਰਵਾ ਦਈਏ ਵੀ ਕਬੀਰ ਭਗਤ ਜੀ ਦੇ ਘਰੇ ਯੱਗ ਹੈ ਅਤੇ ਹਜ਼ਾਰਾਂ ਲੋਕ ਆਉਣਗੇ, ਸ਼ਹਿਰ ਦੇ ਲੋਕ ਵੀ ਆਉਣਗੇ, ਬਾਹਰੋਂ ਵੀ ਇਲਾਕੇ ਦੇ ਲੋਕ ਆਉਣਗੇ। ਕਬੀਰ ਭਗਤ ਗਰੀਬ ਹੈ, ਉਹ ਕਿਸੇ ਨੂੰ ਪਾਣੀ ਨਹੀਂ ਪਿਆ ਸਕਦਾ ਅਤੇ ਜਦੋਂ ਭੁੱਖੇ ਮੁੜਨਗੇ ਅਤੇ ਸਾਰੇ ਕਬੀਰ ਨੂੰ ਗਾਲਾਂ ਕੱਢਣਗੇ। ਇਹ ਸਕੀਮ ਉਹਨਾਂ ਨੇ ਬਣਾ ਲਈ, ਕਬੀਰ ਭਗਤ ਜੀ ਦੀ ਬਦਨਾਮੀ ਕਰੀਏ, ਕਿਸੇ ਤਰੀਕੇ ਦੇ ਨਾਲ ਉਹ ਕਾਂਸ਼ੀ ਦੇ ਵਿੱਚੋਂ ਨਿਕਲ ਜਾਣ ਜਿਨ੍ਹਾਂ ਨੇ ਸਾਡੀ ਨੀਂਦ ਹਰਾਮ ਕੀਤੀ ਹੋਈ ਹੈ। ਫਿਰ ਉਹਨਾਂ ਨੇ ਜਦੋਂ ਸਕੀਮ ਬਣਾਈ ਅਤੇ 4 ਛਪੇਰੇ ਸਾਰੇ ਪਿੰਡਾਂ ਦੇ ਵਿੱਚ ਸੰਦੇਸ਼ ਭੇਜ ਦਿੱਤੇ, ਪੋਸਟਰ ਲਾ ਦਿੱਤੇ, ਮਸ਼ਹੂਰੀ ਕਰਵਾ ਦਿੱਤੀ, ਫਲਾਣੇ ਦਿਨ ਕਬੀਰ ਭਗਤ ਜੀ ਦੇ ਘਰੇ ਜੱਗ ਹੈ। ਅਤੇ ਕੁਛ ਪ੍ਰੇਮੀ ਜਿਹੜੇ ਭਗਤ ਜੀ ਦੇ ਸ਼ਰਧਾਲੂ ਸਾਨੂੰ ਆ ਕੇ ਕਹਿਣ ਲੱਗੇ, ਭਗਤ ਜੀ ਆਪਣੇ ਘਰੇ ਕੋਈ ਭੰਡਾਰਾ ਹੈ, ਕੋਈ ਜੱਗ ਹੈ। ਭਗਤ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਸਾਰੇ ਸ਼ਹਿਰ ਦੇ ਵਿੱਚ ਰੌਲਾ ਪਿਆ ਹੋਇਆ, ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਵੀ ਫਲਾਣੇ ਦਿਨ ਕਬੀਰ ਭਗਤ ਜੀ ਦੇ ਘਰੇ ਜੱਗ ਹੈ। ਕਬੀਰ ਭਗਤ ਜੀ ਸੋਚਣ ਲੱਗੇ ਤੇ ਮੇਰੀ ਬਦਨਾਮੀ ਕਰਨ ਵਾਸਤੇ ਕਿਸੇ ਨੇ
ਇਹ ਪਾਲਿਸੀ ਤਿਆਰ ਕੀਤੀ ਹੈ। ਫਿਰ ਹੁਣ ਕੀ ਕੀਤਾ ਜਾਵੇ? ਕਹਿਣ ਲੱਗੇ ਜੇ ਮੈਂ ਘਰੇ ਬੈਠਾਂਗਾ, ਮੇਰੇ ਵਿੱਚ ਇੰਨੀ ਪਹੁੰਚ ਨਹੀਂ ਵੀ ਮੈਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਭੋਜਨ ਛਕਾ ਸਕਾਂ। ਇਹਦੇ ਨਾਲੋਂ ਬਿਹਤਰ ਇਹੀ ਹੈ ਵੀ ਮੈਂ ਘਰ-ਬਾਰ ਛੱਡ ਕੇ ਚਲਿਆ ਜਾਂਦਾ ਕਿਤੇ। ਗਰੀਬ ਆਦਮੀ ਇਹੀ ਕੁਛ ਕਰ ਸਕਦਾ ਹੁੰਦਾ ਹੈ। ਭਗਤ ਕਬੀਰ ਜੀ ਉਸ ਵੇਲੇ ਘਰ-ਬਾਰ ਛੱਡ ਕੇ, ਕੋਈ ਐਸਾ ਜੰਗਲ ਸੀ ਜਿੱਥੇ ਕਿਸੇ ਨੂੰ ਪਤਾ ਨਹੀਂ ਸੀ, ਉੱਥੇ ਜਾ ਕੇ ਬੈਠ ਗਏ। ਚਲੋ ਲੋਗੇ ਸ਼ਬਦ ਤਾਂ ਆਪਾਂ ਨਹੀਂ ਕਹਿ ਸਕਦੇ। ਉੱਥੇ ਜਾ ਕੇ ਬੈਠ ਗਏ, ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ ਅਤੇ ਕਹਿਣ ਲੱਗੇ, ਹੇ ਵਾਹਿਗੁਰੂ, ਜਿਹੜੇ ਮੇਰੇ ਵਿਰੋਧੀ ਨੇ, ਹੁਣ ਉਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹੁਣ ਮੇਰੀ ਬਦਨਾਮੀ ਹੋਈ ਤੇ ਤੇਰੀ ਵੀ ਨਾਲ ਹੋਣੀ ਹੈ। ਹੁਣ ਤੂੰ ਮੇਰੀ ਪੈਜ ਰੱਖਣੀ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹੁਣ ਉਸ ਵਾਹਿਗੁਰੂ ਪਰਮੇਸ਼ਰ ਨੇ ਭਗਤ ਦੀ ਪੈਜ ਰੱਖੀ, ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕਰ ਲਿਆ ਅਤੇ ਜਿੰਨੀ ਸਮੱਗਰੀ ਚਾਹੀਦੀ ਸੀ ਉਹ ਮੰਗਵਾ ਲਈ। ਹਲਵਾਈ ਬਿਠਾ ਦਿੱਤੇ, ਪਕਵਾਨ ਤਿਆਰ ਹੋਣ ਲੱਗ ਪਏ ਅਤੇ ਦੂਜੇ ਪਾਸੇ ਕਬੀਰ ਜੀ ਦਾ ਰੂਪ ਉਸਨੇ ਧਾਰਨ ਕਰ ਲਿਆ। ਕਿਉਂ? ਵਾਹਿਗੁਰੂ ਪਰਮੇਸ਼ਰ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਉਹ ਆਪਣੀ ਸ਼ਕਤੀ ਨਾਲ ਜਿੰਨੇ ਮਰਜ਼ੀ ਰੂਪ ਧਾਰਨ ਕਰ ਲਵੇ। ਹੁਣ ਉਸਨੇ ਸ਼ਾਹੂਕਾਰ ਦਾ ਅਤੇ ਕਬੀਰ ਦਾ ਰੂਪ ਧਾਰਨ ਕੀਤਾ। ਜਿਹੜੇ ਲੋਕ ਨਿਯਤ ਸਮੇਂ 'ਤੇ ਆਏ ਅਤੇ ਸਭ ਨੂੰ ਲੰਗਰ ਪਾਣੀ ਛਕਾਇਆ ਗਿਆ, ਮਠਿਆਈਆਂ ਛਕਾਈਆਂ ਗਈਆਂ। 4 ਦਿਨ ਲਗਾਤਾਰ ਭੰਡਾਰਾ ਚੱਲਿਆ। ਜਿਵੇਂ ਮੇਲਿਆਂ 'ਤੇ ਫਿਰ ਉਹ ਕਈ ਦਿਨ ਲੰਗਰ ਲੱਗਦੇ ਨੇ। 4 ਦਿਨ ਭੰਡਾਰਾ ਚੱਲਿਆ ਅਤੇ ਭਗਤ ਜੀ ਨੇ, ਜਿਹੜੇ ਲੋਕ ਸਾਧੂ ਆਏ, ਉਹਨਾਂ ਦੀ ਬੜੀ ਪ੍ਰੇਮ ਦੇ ਨਾਲ ਸੇਵਾ ਕੀਤੀ ਅਤੇ ਜਾਣ ਲੱਗਿਆਂ ਨੂੰ ਸਭ ਨੂੰ ਪ੍ਰਸ਼ਾਦ ਵੀ ਦਿੱਤਾ, ਮਠਿਆਈ ਵੀ ਦਿੱਤੀ ਅਤੇ ਨਾਲ ਕੁਛ ਮਾਇਆ ਵੀ ਦਿੱਤੀ ਹੈ, ਦਸ਼ਣਾ ਵੀ ਭੇਟ ਕੀਤੀ ਹੈ। ਇਸ ਢੰਗ ਦੇ ਨਾਲ ਸਾਰੇ ਖੁਸ਼ੀ ਖੁਸ਼ੀ ਸਾਧੂ ਮਹਾਤਮਾ ਲੋਕ, ਗਰੀਬ ਲੋਕ ਘਰਾਂ ਨੂੰ ਜਾਂਦੇ ਨੇ, ਨਾਲੇ ਧੰਨ ਕਬੀਰ ਆਖੀ ਜਾਂਦੇ ਨੇ। ਹੁਣ ਉਧਰ ਉਹਨਾਂ ਪੰਡਤਾਂ ਨੇ ਈਰਖਾਵਸ਼ ਭਗਤ ਜੀ ਦੀ ਬਦਨਾਮੀ ਲਈ ਇਹ ਜੱਗ ਦਾ ਢੌਂਗ ਰਚਿਆ ਅਤੇ ਵਾਹਿਗੁਰੂ ਨੇ ਸ਼ਾਹੂਕਾਰ ਦਾ ਅਤੇ ਕਬੀਰ ਦਾ ਰੂਪ ਧਾਰਨ ਕਰਕੇ ਜਗ ਸੰਪੂਰਨ ਕਰ ਦਿੱਤਾ। ਭਗਤ ਕਬੀਰ ਜੀ ਦੀ ਜੈ ਜੈਕਾਰ ਹੋਣ ਲੱਗੀ। ਉਹਨਾਂ ਵਿਰੋਧੀਆਂ ਨੂੰ ਗਸ਼ਾਂ ਪੈਣ ਲੱਗੀਆਂ, ਹੈਰਾਨ ਪਰੇਸ਼ਾਨ ਹੋ ਗਏ। ਇਹ ਸਾਰਾ ਕੁਝ ਹੋਣ ਤੋਂ ਬਾਅਦ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਕਬੀਰ ਦਾ ਰੂਪ ਤੇ ਗੁਪਤ ਕਰ ਲਿਆ। ਸ਼ਾਹੂਕਾਰ ਦਾ ਰੂਪ ਧਾਰਨ ਕਰਕੇ ਜਿੱਥੇ ਭਗਤ ਕਬੀਰ ਜੀ ਲੁਕੇ ਹੋ ਸਨ, ਉਹਨਾਂ ਦੇ ਪਾਸ ਆ ਗਏ। ਕਹਿਣ ਲੱਗੇ, ਹੁਣ ਤੇ ਨਿਕਲਿਆ ਬਾਹਰ। ਭਗਤ ਕਬੀਰ ਜੀ ਕਹਿਣ ਲੱਗੇ, ਕੀ ਗੱਲ ਹੈ? ਕਹਿੰਦੇ, ਬਾਹਰ ਨਿਕਲ ਕੇ ਦੇਖ, ਧੰਨ ਕਬੀਰ ਹੋ ਰਹੀ ਹੈ। ਅਤੇ ਜਦੋਂ ਭਗਤ ਕਬੀਰ ਜੀ ਬਾਹਰ ਨਿਕਲੇ, ਸ਼ਾਹੂਕਾਰ ਦੇ ਰੂਪ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵੀ ਨਾਲ ਸੀ। ਉਸ ਵੇਲੇ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ ਜੋ ਆਪ ਸੰਗਤਾਂ ਸਰਵਣ ਕਰ ਰਹੇ ਹੋ, ਕਬੀਰ ਨਾ ਹਮ ਕੀਆ ਨਾ ਕਰਾਂਗੇ। ਇਹ ਭਗਤ ਕਬੀਰ ਜੀ ਦੀ ਨਿਰਮਾਣਤਾ ਹੈ, ਹਲੀਮੀ ਹੈ, ਨਿਰਹੰਕਾਰਤਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਨਾ ਤੇ ਮੈਂ ਕੁਛ ਪਹਿਲਾਂ ਹੀ ਕੀਤਾ ਹੈ ਅਤੇ ਨਾ ਅੱਗੇ ਲਈ ਅਸੀਂ ਕੁਝ ਕਰ ਸਕਦੇ ਹਾਂ। ਨਾ ਕਛ ਕਰਾ ਸਰੀਰ, ਨਾ ਹੁਣ ਵਰਤਮਾਨ ਕਾਲ ਦੇ ਵਿੱਚ ਸਾਡਾ ਸਰੀਰ ਕੁਛ ਕਰ ਸਕਦਾ ਹੈ। ਭਾਵ ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖ ਵਰਤਮਾਨ, ਤਿੰਨੇ ਕਾਲਾਂ ਦੇ ਵਿੱਚ ਮੈਂ ਤੇ ਕੁਛ ਵੀ ਕਰਨ ਜੋਗਾ ਨਹੀਂ ਸੀ। ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਮੈਂ ਕੀ ਜਾਣ ਸਕਦਾ ਹਾਂ, ਮੇਰੀ ਤੁਛ ਬੁੱਧੀ ਹੈ। ਕਿਛ ਹਰ ਕੀਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀ ਕੌਤਕ ਵਰਤਾਇਆ ਹੈ। ਹੁਣ ਸਾਰੇ ਥਾਵਾਂ 'ਤੇ ਭਇਓ ਕਬੀਰ ਧੰਨ ਕਬੀਰ, ਹੁਣ ਸੋਭਾ ਵਡਿਆਈ ਹੋ ਰਹੀ ਹੈ। ਅਤੇ ਭਗਤ ਕਬੀਰ ਜੀ ਬੜੇ ਨਿਮਰਤਾ ਦੇ ਨਾਲ ਕਹਿਣ ਲੱਗੇ ਉਸ ਅਕਾਲ ਪੁਰਖ ਨੂੰ, ਹੇ ਵਾਹਿਗੁਰੂ ਜੀ, ਮੇਰੀ ਮਾਂ ਤੇ ਭੋਲੀ ਸੀ, ਉਹਨੇ ਮੇਰਾ ਨਾਮ ਕਬੀਰ ਰੱਖ ਦਿੱਤਾ। ਕਬੀਰ ਦਾ ਅਖਰੀ ਅਰਥ ਹੁੰਦਾ ਵੱਡਾ। ਹੱਕਾ ਕਬੀਰ ਕਰੀਮ ਤੂੰ ਵੀ ਹੈ ਪਰਵਤਗਾਰ। ਕਬੀਰ ਅਰਬੀ ਦਾ ਲਫ਼ਜ਼, ਇਹਦਾ ਅਰਥ ਹੁੰਦਾ ਵੱਡਾ।
ਤੇ ਵੱਡਾ ਤੇ ਵਾਹਿਗੁਰੂ ਤੂੰ ਹੀ ਹੋ ਹੈ। ਜਿਹੜਾ ਕਬੀਰ ਨਾਂ ਦੀ ਮਹਿਮਾ ਹੋ ਰਹੀ ਹੈ, ਧੰਨ ਕਬੀਰ ਆਖਰੇ ਨੇ, ਇਹ ਮੇਰੀ ਵਡਿਆਈ ਨਹੀਂ, ਤੇਰੀ ਵਡਿਆਈ ਹੈ। ਕਿਉਂ? ਵਾਹਿਗੁਰੂ ਦੇ ਜਿਹੜੇ ਪਿਆਰੇ ਭਗਤ ਨੇ, ਉਹ ਆਪਣੀ ਵਡਿਆਈ ਨੂੰ ਵੇਖ ਕੇ ਕਦੇ ਹੰਕਾਰ ਨਹੀਂ ਕਰਦੇ। ਉਹਨਾਂ ਦੇ ਮਨ ਦੇ ਵਿੱਚ ਹੋਰ ਨਿਮਰਤਾ ਆਉਂਦੀ ਹੈ, ਉਹਨਾਂ ਦੇ ਮਨ ਦੇ ਵਿੱਚ ਹੋਰ ਹਲੀਮੀ ਆਉਂਦੀ ਹੈ, ਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਨੇ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਉਂ ਭਗਤ ਕਬੀਰ ਜੀ ਨੇ ਉਸ ਵੇਲੇ ਵਾਹਿਗੁਰੂ ਦਾ ਧੰਨਵਾਦ ਕੀਤਾ। ਕਬੀਰ ਸੁਪਨੈ ਹੂ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ। ਲੋ ਭਗਤ ਜੀ ਕਹਿੰਦੇ ਨੇ, ਜੇ ਕੋਈ ਰੱਬ ਦਾ ਪਿਆਰਾ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਦਾ ਭਜਨ ਕਰਦਾ ਹੈ, ਤੇ ਫਿਰ ਉਹ ਸੁਪਨੇ ਦੇ ਵਿੱਚ ਬਰੜਾ ਕੇ ਉਹਦੇ ਮੂੰਹੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਕਲਦਾ ਹੈ। ਤਾਕੇ ਪਗ ਕੀ ਪਾਨਹੀ, ਮੇਰੇ ਤਨ ਕੋ ਚਾਮ। ਲੋ ਭਗਤ ਜੀ ਕਹਿੰਦੇ ਨੇ, ਮੈਂ ਤੇ ਇਹ ਚਾਹੁੰਦਾ ਹਾਂ ਵੀ ਉਸ ਦੇ ਜਿਹੜਾ ਮੇਰੇ ਤਨ ਕੋ ਚਾਮ, ਜਿਹੜਾ ਮੇਰੇ ਸਰੀਰ ਦਾ ਚਮੜਾ ਹੈ, ਖਲ ਹੈ, ਤਾਂ ਕਿ ਪਾਕੀ ਪਾਨਹੀ, ਮੇਰੇ ਸਰੀਰ ਦੇ ਚੰਮ ਦੀ ਜਿਹੜੀ ਪਾਨਹੀ ਦਾ ਅਰਥ ਹੈ ਜੁੱਤੀ, ਉਸ ਮਹਾਂਪੁਰਖਾਂ ਦੇ ਪੈਰਾਂ ਦੀ ਜੁੱਤੀ ਬਣ ਜਾਵੇ। ਮੇਰੀ ਖਲੋਂ ਮੌਜੜੇ ਗੁਰ ਸਿੱਖ ਹੰਡਾਂਦੇ। ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਮੇਰੀ ਖਲ ਦੇ ਮੌਜੇ ਬਣਾ ਕੇ, ਜੋੜੇ ਬਣਾ ਕੇ ਗੁਰ ਸਿੱਖ ਹੰਡਾਉਣ। ਪਰ ਇੱਥੇ ਭਗਤ ਜੀ ਕਹਿੰਦੇ ਨੇ ਵੀ ਮੇਰੇ ਸਰੀਰ ਦਾ ਜਿਹੜਾ ਚਮੜਾ ਹੈ, ਇਹਦੀ ਜੁੱਤੀ ਬਣਾ ਕੇ ਉਸ ਰੱਬ ਦੇ ਪਿਆਰੇ ਦੇ ਚਰਨਾਂ ਦੇ ਵਿੱਚ ਪਾ ਦਿੱਤੀ ਜਾਣੀ ਚਾਹੀਦੀ ਹੈ। ਇੱਥੇ ਇੱਕ ਗੱਲ ਹੋਰ ਵੀ ਵਿਚਾਰਨ ਵਾਲੀ ਹੈ। ਸੁਪਨੇ ਦੇ ਵਿੱਚ ਆਦਮੀ ਜਦੋਂ ਬਰੜਾਉਂਦਾ ਹੈ ਨਾ, ਰੱਬ ਦਾ ਨਾਮ ਉਹਦੇ ਮੂੰਹੋਂ ਨਿਕਲਦਾ ਜਿਹੜਾ ਪਹਿਲਾਂ ਵੀ ਨਾਮ ਜਪਦਾ ਹੋਵੇ। ਨਹੀਂ ਤੇ ਆਦਮੀ ਜਦੋਂ ਸੁੱਤਾ ਪਿਆ ਬਰੜਾਉਂਦਾ ਹੈ ਨਾ, ਕਈ ਵਾਰੀ ਤੇ ਉਹ ਇੰਨਾ ਘਬਰਾਇਆ ਹੁੰਦਾ ਹੈ, ਤੇ ਉਹ ਰੌਲਾ ਪਾਉਂਦਾ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਮਾਰਤਾ ਮਾਰਤਾ। ਇਹ ਤੇ ਮਨਮੁੱਖਾਂ ਦੀ ਹਾਲਤ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਜਿਉਂਦੇ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਦਿਨ ਰਾਤ ਸਵਾਸ ਸਵਾਸ ਸਿਮਰਨ ਕਰਦੇ ਨੇ, ਉਹਨਾਂ ਦੀ ਮੂੰਹੋਂ ਸੁਪਨੇ ਵਿੱਚ ਹੀ ਵਾਹਿਗੁਰੂ ਦਾ ਨਾਮ ਨਿਕਲਦਾ ਨਹੀਂ। ਸੁਪਨੇ ਦੇ ਵਿੱਚ ਵੀ ਨਾਮ ਨਿਕਲਣਾ ਔਖਾ ਹੈ, ਆਖਣ ਔਖਾ ਸਾਚਾ ਨਾਮ। ਜਾਗਦਿਆਂ ਨਾਮ ਜਪਣਾ ਔਖਾ, ਸੁਪਨੇ ਵਿੱਚ ਤੇ ਜਪਣਾ ਹੋਰ ਵੀ ਔਖਾ ਹੈ। ਇਸੇ ਲਈ ਸੁਪਨੇ ਦੇ ਵਿੱਚ, ਅਥਵਾ ਸੰਸਾਰ ਵੀ ਸੁਪਨਾ ਹੀ ਹੈ, ਇਹ ਸੰਸਾਰ ਰੂਪੀ ਸੁਪਨੇ ਵਿੱਚ ਰਹਿੰਦਿਆਂ ਹੋਇਆਂ ਬਰੜਾ ਕੇ ਭਾਵ ਸੁਤੇ ਸਿੱਧ, ਜਿਹਦੇ ਮੁਖ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਨਿਕਲਦਾ ਹੈ। ਭਗਤ ਜੀ ਕਹਿੰਦੇ ਨੇ, ਮੇਰੇ ਤਨ ਦਾ ਚਮੜਾ ਹੋਵੇ ਤੇ ਮੈਂ ਆਪਣੇ ਤਨ ਦੇ ਚਮੜੇ ਦੀ ਜੁੱਤੀ ਬਣਾ ਕੇ, ਜੋੜਾ ਬਣਾ ਕੇ ਉਸ ਦੇ ਚਰਨਾਂ ਦੇ ਵਿੱਚ ਪਾ ਦੇਵਾਂ। ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ। ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਬਈ ਚਲੋ, ਮਨੁੱਖ ਦੀ ਆਪਣੀ ਜਾਇਦਾਦ ਹੁੰਦੀ ਹੈ, ਕਈਆਂ ਕੋਲ ਘਰ-ਬਾਰ ਹੁੰਦੇ ਨੇ, ਪਲਾਟ ਵੀ ਹੁੰਦੇ ਨੇ, ਜ਼ਮੀਨਾਂ ਵੀ ਹੁੰਦੀਆਂ ਨੇ, ਜ਼ਕੀਰਾਂ ਦੇ ਵੀ ਮਾਲਕ ਹੁੰਦੇ ਨੇ। ਪਰ ਕਈਆਂ ਦਾ ਸੁਭਾਅ ਇਹ ਹੁੰਦਾ ਹੈ, ਦੂਜੇ ਦੀ ਜਾਇਦਾਦ 'ਤੇ ਕਬਜ਼ੇ ਵੀ ਕਰਦੇ ਨੇ, ਪਲਾਟਾਂ 'ਤੇ ਜ਼ਮੀਨਾਂ 'ਤੇ ਜਾ ਕੇ ਕਬਜ਼ੇ ਕਰਦੇ ਨੇ। ਦੇਖ ਲਿਆ ਵੀ ਕੋਈ ਮਾੜਾ ਹੈ, ਕਮਜ਼ੋਰ ਹੈ, ਧੱਕੇ ਦੇ ਨਾਲ ਜਾ ਕੇ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲੈਂਦੇ ਨੇ। ਭਗਤ ਜੀ ਉਹਨਾਂ ਨੂੰ ਵੈਰਾਗਮਈ ਉਪਦੇਸ਼ ਦਿੰਦੇ ਹਨ। ਕਬੀਰ ਮਾਟੀ ਕੇ ਹਾਂ ਪੂਤਰੇ, ਅਸੀਂ ਤੇ ਮਿੱਟੀ ਦੇ ਪੁਤਲੇ ਹਾਂ। ਮਾਨਸ ਰਾਖਿਓ ਨਾਓ, ਤੇ ਸਾਡਾ ਨਾਮ ਮਨੁੱਖ ਰੱਖਿਆ ਹੋਇਆ ਹੈ। ਮਾਟੀ ਕੋ ਪੁਤਲਾ ਕੈਸੇ ਨਾਚਤ ਹੈ, ਦੇਖਿਆ ਦੇਖਿਆ ਸੁਣੈ ਬੋਲੇ ਦੌਰਿਓ ਫਿਰਤ ਹੈ। ਇਹ ਮਨੁੱਖ ਦਾ ਸਰੀਰ ਹੈ ਤੇ ਪੁਤਲਾ ਹੀ ਹੈ ਨਾ, ਮਿੱਟੀ ਦਾ, ਪਰ ਇਹਦਾ ਨਾਮ ਇਨਸਾਨ ਰੱਖ ਦਿੱਤਾ ਹੈ। 4 ਦਿਵਸ ਕੇ ਪਹੁਨੇ, ਵੱਡ ਵੱਡ ਰੂੰਦ ਹੈ ਠਾਓ। ਅਸੀਂ ਸਿਰਫ 4 ਦਿਨ ਦੇ ਪ੍ਰਾਹੁਣੇ ਹਾਂ। ਪਤਾ ਨਹੀਂ 4 ਦਿਨ ਦੁਨੀਆ ਵਿੱਚ ਰਹਿਣਾ ਕਿ ਨਹੀਂ ਰਹਿਣਾ। ਅਸੀਂ 4 ਦਿਨ ਦੇ ਪ੍ਰਾਹੁਣੇ ਹਾਂ। ਵੱਡ ਵੱਡ ਰੂੰਦਾ ਠਾਓ, ਅਸੀਂ ਬੜੇ ਬੜੇ ਥਾਂ ਰੋਕਦੇ ਫਿਰਦੇ ਹਾਂ। ਆਪਣੀ ਤੇ
ਠੀਕ ਹੈ, ਜ਼ਮੀਨ ਜਾਇਦਾਦ 'ਤੇ ਕਬਜ਼ਾ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਹੰਕਾਰ ਨਹੀਂ ਕਰਨਾ ਚਾਹੀਦਾ। ਪਰ ਕਿਸੇ ਦੀ ਜ਼ਮੀਨ 'ਤੇ, ਕਿਸੇ ਦੀ ਜਾਇਦਾਦ 'ਤੇ ਜਾ ਕੇ ਕਬਜ਼ਾ ਕਰਨਾ, ਇਹ ਬਹੁਤ ਮਾੜੀ ਗੱਲ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਅਸੀਂ 4 ਦਿਨ ਦੇ ਪ੍ਰਾਹੁਣੇ ਆ ਅਤੇ ਬੜੇ ਬੜੇ ਥਾਂ ਰੋਕਦੇ ਫਿਰਦੇ ਹਾਂ, ਜ਼ਮੀਨਾਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਦੇ ਫਿਰਦੇ ਹਾਂ, ਗਰੀਬਾਂ ਦੇ ਘਰ ਢਾਹ ਦਿੰਦੇ ਹਾਂ ਅਤੇ ਆਪਣੇ ਮਹਿਲ ਉਸਾਰ ਲੈਂਦੇ ਹਾਂ। ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਸੋਚਿਆ ਵੀ ਵਾਹਿਗੁਰੂ ਦੇ ਦਰ ਪ੍ਰਵਾਨ ਹੋਣਾ ਤੇ ਕਿਵੇਂ ਹੋਇਆ ਜਾ ਸਕਦਾ। ਫਿਰ ਮੈਂ ਮਹਿੰਦੀ ਵੱਲ ਤੱਕਿਆ। ਹੁਣ ਮਹਿੰਦੀ ਨੂੰ ਪੀਸ ਪੀਸ ਕੇ ਪਾਊਡਰ ਬਣਾਇਆ ਜਾਂਦਾ ਹੈ। ਫਿਰ ਜਦੋਂ ਮਹਿੰਦੀ ਨੂੰ ਪੀਸਿਆ ਜਾਂਦਾ ਹੈ, ਉਹਦੇ ਵਿੱਚੋਂ ਫਿਰ ਉਹ ਇੱਕ ਬੜਾ ਸੋਹਣਾ ਰੰਗ ਨਿਕਲਦਾ ਹੈ ਅਤੇ ਫਿਰ ਉਸ ਰੰਗ ਨੂੰ ਮਾਈਆਂ ਬੀਬੀਆਂ ਹੱਥਾਂ ਦੇ ਉੱਤੇ, ਪੈਰਾਂ ਦੀਆਂ ਤਲੀਆਂ ਦੇ ਉੱਤੇ ਉਹਨਾਂ ਦੇ ਵੇਲ ਬੂਟੇ ਉਕਰਦੀਆਂ ਨੇ, ਕਹਿੰਦੇ ਨੇ ਫਲਾਣੇ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੈ। ਖਾਸ ਕਰਕੇ ਵਿਆਹ ਦੇ ਸਮੇਂ 'ਤੇ ਮਹਿੰਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਉਸ ਮਹਿੰਦੀ ਨੂੰ ਵੇਖ ਕੇ ਸਿੱਖਿਆ ਲਈ। ਕਬੀਰ ਮਹਿੰਦੀ ਕਰ ਘਾਲਿਆ। ਕਬੀਰ ਜੀ ਕਹਿੰਦੇ, ਮੈਂ ਵੀ ਆਪਣੇ ਆਪ ਨੂੰ ਮਹਿੰਦੀ ਵਾਂਗੂ ਕਰ ਛੱਡਿਆ। ਆਪ ਪਿਸਾਏ ਪਿਸਾਏ, ਮੈਂ ਆਪਣੇ ਹੰਕਾਰ ਨੂੰ, ਦੇ ਅਧਿਆਸ ਨੂੰ ਪੀ ਪੀ ਕੇ ਅਤੇ ਆਪਣੇ ਆਪ ਨੂੰ ਮਹਿੰਦੀ ਵਾਂਗੂ ਬੜੀ ਕੋਮਲ ਅਤੇ ਬੜੀ ਸੁੰਦਰ ਤੇ ਬਹੁਤ ਬਾਰੀਕ ਬਣਾ ਲਿਆ। ਤੈ ਸਹਿ ਬਾਤ ਨਾ ਪੂਛੀਐ, ਕਬਹੂ ਨਾ ਲਾਈ ਪਾਏ। ਪਰ ਮੇਰੇ ਮਨ ਦੇ ਵਿੱਚ ਹੰਕਾਰ ਸੀ, ਇਸੇ ਲਈ ਉਸ ਸਹਿਪਤੀ ਪਰਮੇਸ਼ਰ ਨੇ ਮੇਰੀ ਗੱਲ ਹੀ ਨਾ ਪੁੱਛੀ। ਹੁਣ ਜਦੋਂ ਵਿਆਹ ਦੇ ਸਮੇਂ ਕਿਸੇ ਬੀਬੀ ਦੇ ਹੱਥਾਂ ਨੂੰ ਮਹਿੰਦੀ ਲੱਗਦੀ ਹੈ ਅਤੇ ਉਹਦਾ ਵਿਆਹ ਹੋਣ ਤੋਂ ਬਾਅਦ ਉਹਦਾ ਪਤੀ ਉਹਦੀ ਗੱਲ ਹੀ ਨਾ ਮੰਨੇ, ਉਹਦੀ ਗੱਲ ਹੀ ਨਾ ਪੁੱਛੇ, ਫਿਰ ਉਹਦੀ ਮਹਿੰਦੀ ਲਾਈ ਕੀ ਸਵਾਰੇਗੀ। ਹੁਣ ਕਈਆਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ, ਦਾਜ ਦਹੇਜ ਦੇ ਕਾਰਨ ਵੀ, ਕੋਈ ਹੋਰ ਕਾਰਨ ਵੀ ਹੋ ਸਕਦੇ ਨੇ। ਪਰ ਜੇ ਉਸ ਪਤੀ ਪਰਮੇਸ਼ਰ ਨੇ ਕੋਈ ਗੱਲ ਹੀ ਨਹੀਂ ਪੁੱਛੀ, ਕਬਹੂ ਨਾ ਲਾਈ ਪਾਏ, ਤੇ ਫਿਰ ਉਸਨੇ ਉਸ ਮਹਿੰਦੀ ਨੂੰ ਆਪਣੇ ਪੈਰਾਂ 'ਤੇ ਵੀ ਨਹੀਂ ਲੱਗਣ ਦਿੱਤਾ। ਭਾਵ ਮਹਿੰਦੀ ਵਾਲੇ ਹੱਥ ਪਤੀ ਦੇ ਚਰਨਾਂ 'ਤੇ ਪ੍ਰਵਾਨ ਨਹੀਂ ਹੋ ਸਕੀ, ਉਹ ਮਹਿੰਦੀ ਪ੍ਰਵਾਨ ਨਾ ਹੋ ਸਕੀ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਵੀ ਮੈਂ ਵੀ ਸਰਵਣ ਮੰਨਣ ਨਿਧਿਆਸਨ, ਇਹ ਚੱਕੀ ਵਾਂਗੂ ਨੇ ਸਾਧਨ। ਸਰਵਣ ਮੰਨਣ ਨਿਧਿਆਸਨ, ਇਹ ਚੱਕੀ ਰੂਪੀ ਸਾਧਨ ਦੇ ਵਿੱਚ ਪਾ ਕੇ ਮੈਂ ਆਪਣੇ ਹੰਕਾਰ ਨੂੰ, ਪ੍ਰਮਾਣ ਪਰਮੇਗਾ ਸੰਸੇ ਨੂੰ, ਵਿਪਰਜੇ ਬੁੱਧੇ ਨੂੰ ਪੀ ਪੀ ਕੇ ਇਸ ਨੂੰ ਮਹਿੰਦੀ ਵਾਂਗੂ ਬਾਰੀਕ ਕਰ ਲਿਆ। ਪਰ ਸੂਖਮ ਹੰਕਾਰ ਹੋਣ ਕਰਕੇ ਤੈਸਾ ਬਾਤ ਨਾ ਪੁੱਛੀ ਹੈ, ਉਸ ਪਤੀ ਪਰਮੇਸ਼ਰ ਨੇ ਮੇਰੀ ਗੱਲ ਨਾ ਪੁੱਛੀ। ਭਾਵ ਸੂਖਮ ਹੰਕਾਰ ਹੋਣ ਕਰਕੇ ਵਾਹਿਗੁਰੂ ਨੇ ਮੈਨੂੰ ਪ੍ਰਵਾਨ ਨਾ ਕੀਤਾ, ਕਬਹੂ ਨਾ ਲਾਈ ਪਾਏ, ਤੇ ਨਾ ਹੀ ਮੈਨੂੰ ਕਦੇ ਚਰਨ ਹੀ ਲਾਇਆ। ਇਹਦਾ ਭਾਵ ਇਹ ਹੈ, ਮਨੁੱਖ ਚਾਹੇ ਜਿੰਨੇ ਮਰਜ਼ੀ ਜਾਪ ਤਪ ਸਾਧਨ ਕਰ ਲਵੇ, ਪਰ ਜੇ ਹੰਕਾਰ ਦੂਰ ਨਹੀਂ ਹੋਇਆ, ਸੁਖ ਹਉਮੈ ਦੂਰ ਨਹੀਂ ਹੋਈ, ਤੇ ਵਾਹਿਗੁਰੂ ਦੇ ਦਰ ਪ੍ਰਵਾਨ ਨਹੀਂ ਹੋ ਸਕਦੇ। ਕਬੀਰ ਜਿਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਏ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਵੀ ਕੁਛ ਐਸੇ ਵੀ ਮੰਦਰ ਨੇ ਜਿਨ੍ਹਾਂ ਦੇ ਵਿੱਚ ਉੱਚੀ ਜਾਤੀ ਦੇ ਲੋਕ ਹੀ ਜਾ ਸਕਦੇ ਨੇ, ਨੀਵੀਂ ਜਾਤੀ ਦੇ ਲੋਕਾਂ ਨੂੰ ਉੱਥੇ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਂਦਾ। ਹੁਣ ਦੇ ਸਮੇਂ ਦੇ ਵਿੱਚ ਵੀ ਕਈ ਐਸੇ ਸਨਾਤਨ ਮਤ ਦੇ ਮੰਦਰ ਨੇ ਜਿੱਥੇ ਛੋਟੀਆਂ ਜਾਤਾਂ ਨੂੰ, ਦੂਜੀਆਂ ਕੌਮਾਂ ਦੇ ਲੋਕਾਂ ਨੂੰ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਂਦਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਤੇ ਉਸ ਰੱਬ ਦੇ ਦਰ ਦੇ ਸੇਵਕ ਹਾਂ, ਜਿਹ ਦਰ ਆਵਤ ਜਾਤਿਓ ਹਟਕਾ ਨਾਹੀ ਕੋਈ, ਜਿਸ ਦੇ ਦਰ ਉੱਤੇ ਆਉਂਦਿਆਂ ਜਾਂਦਿਆਂ ਕੋਈ ਰੋਕਦਾ ਨਹੀਂ ਹੈ। ਗੁਰਮੁਖ ਆਵੈ ਜਾਏ ਨਿਸੰਗ, ਉਹ ਹੈ ਗੁਰੂ ਨਾਨਕ ਦਾ ਘਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਸਾਰੀ ਕੀਤੀ, ਉਹਦੇ 4 ਦਰਵਾਜ਼ੇ ਰੱਖੇ ਸਨ, ਜਿਸ ਦਾ ਮਤਲਬ ਸੀ ਚਾਰੇ ਦਿਸ਼ਾ ਤੋਂ ਕੋਈ ਵੀ ਆਵੇ ਤੇ ਉਹਨੂੰ ਰੱਬ ਦੇ ਘਰ ਦੇ ਵਿੱਚ ਆਉਣ ਦਾ ਬਰਾਬਰ ਦਾ ਅਧਿਕਾਰ ਹੈ। ਇਹ ਕੇਵਲ ਗੁਰੂ ਘਰ ਦੇ ਵਿੱਚ ਹੀ ਹੈ। ਗੁਰੂ ਘਰ ਸਾਂਝਾ ਹੈ, ਗੁਰੂ ਵੀ ਸਾਂਝਾ ਹੈ, ਰੱਬ ਵੀ ਸਾਂਝਾ ਹੈ,
ਧਰਮ ਅਸਥਾਨ ਵੀ ਸਾਂਝਾ ਹੈ ਅਤੇ ਗੁਰੂ ਦੀ ਬਾਣੀ ਵੀ ਸਾਂਝੀ ਹੈ। ਉਪਦੇਸ਼ ਚਹੁ ਵਰਨਾ ਕੋ ਸਾਂਝਾ ਹੈ। ਇਹ ਗੁਰੂ ਨਾਨਕ ਦਾ ਦਰ ਹੈ, ਜਿਸ ਦੇ ਦਰ ਦੇ ਵਿੱਚ ਆਉਂਦਿਆਂ ਜਾਂਦਿਆਂ ਕੋਈ ਰੋਕ ਟੋਕ ਨਹੀਂ ਕਰ ਸਕਦਾ। ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਲੋ ਭਗਤ ਜੀ ਕਹਿੰਦੇ ਨੇ, ਜੇ ਕਿਸੇ ਧਰਮ ਅਸਥਾਨ ਦੀ ਨਿੰਦਿਆ ਨਹੀਂ, ਇਹ ਇੱਕ ਅਟਲ ਸੱਚਾਈ ਬਿਆਨ ਕਰ ਰਹੇ ਨੇ ਭਗਤ ਕਬੀਰ ਜੀ, ਵੀ ਉਸ ਦਰ ਨੂੰ ਕਿਵੇਂ ਛੱਡੀਏ ਜੋ ਐਸਾ ਦਰ ਹੋਵੇ ਜਿੱਥੇ ਨੀਵੀਂ ਜਾਤ ਦੇ, ਉੱਚੀ ਜਾਤ ਦੇ, ਕੀ ਹਿੰਦੂ, ਕੀ ਮੁਸਲਮਾਨ, ਕੀ ਜੈਨੀ, ਕੀ ਬੋਧੀ, ਸਾਰੇ ਜਿੱਥੇ ਆ ਸਕਣ। ਉਹ ਅਸਲੀ ਰੱਬ ਦਾ ਘਰ ਹੈ, ਜਿੱਥੇ ਹਰ ਮਨੁੱਖ ਨੂੰ ਆਉਣ ਦਾ ਅਧਿਕਾਰ ਹੋਵੇ। ਉਸ ਦਰ ਨੂੰ ਕਿਉਂ ਛੱਡੀਏ ਜੋ ਐਸਾ ਦਰ, ਇਹ ਗੁਰੂ ਨਾਨਕ ਦਾ ਦਰ ਹੀ ਐਸਾ ਦਰ ਹੈ। ਕਬੀਰ ਡੂਬਾ ਥਾਪੈ ਉਬਰਿਓ, ਗੁਣ ਕੀ ਲਹਿਰ ਚਾਬਕ। ਲੋ ਭਗਤ ਕਬੀਰ ਜੀ ਕਹਿੰਦੇ ਨੇ ਬਈ ਮੈਂ ਵੀ, ਇਹ ਸੰਸਾਰ ਇੱਕ ਸਮੁੰਦਰ ਹੈ, ਇਹਦੇ ਵਿੱਚ ਬੜੀਆਂ ਬੜੀਆਂ ਲਹਿਰਾਂ ਵੀ ਉੱਠਦੀਆਂ ਨੇ, ਤਹਿਰੀਕਾਂ ਉੱਠਦੀਆਂ ਨੇ, ਇਹਦੇ ਵਿੱਚ ਵਿਸ਼ੇ ਵਾਸ਼ਨਾ ਦੀਆਂ ਤਰੰਗਾਂ ਉੱਠਦੀਆਂ ਨੇ, ਅਤੇ ਕਈ ਵਾਰੀ ਚੰਗੀਆਂ ਵਾਸ਼ਨਾਵਾਂ ਵੀ, ਸ਼ੁਭ ਵਾਸ਼ਨਾਵਾਂ ਅਤੇ ਵਿਚਾਰ ਵੀ ਪੈਦਾ ਹੁੰਦੇ ਨੇ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਡੂਬਾ ਥਾ, ਪਹਿਲਾਂ ਮੈਂ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਪਦਾਰਥਾਂ ਦੇ, ਮਾਇਆ ਦੇ, ਮੋਹ ਦੇ ਪਾਣੀ ਵਿੱਚ ਡੁੱਬਿਆ ਪਿਆ ਸੀ, ਪਰ ਮੈਂ ਹੁਣ ਬਚ ਗਿਆ। ਡੁੱਬ ਤੇ ਗਿਆ ਸੀ, ਪਰ ਮੇਰਾ ਬਚਾਅ ਹੋ ਗਿਆ। ਕਿਵੇਂ ਬਚਾਅ ਹੋਇਆ? ਗੁਣ ਕੀ ਲਹਿਰ ਝਬਕ। ਜਦੋਂ ਮੇਰੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ ਆਦਿਕ ਚੰਗੇ ਗੁਣ ਪੈਦਾ ਹੋ ਗਏ, ਅਥਵਾ ਵੈਰਾਗ ਤੇ ਵਿਵੇਕ, ਇਹ ਚੰਗੇ ਗੁਣ ਪੈਦਾ ਹੋ ਗਏ, ਇਸ ਗੁਣਾਂ ਦੀ ਲਹਿਰ ਨੇ ਝਬਕ ਮੈਨੂੰ ਐਸਾ ਧੱਕਾ ਮਾਰਿਆ ਅਤੇ ਮੈਨੂੰ ਉਸਨੇ ਕਿਨਾਰੇ ਲਾ ਦਿੱਤਾ। ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਹੁੰਦੀਆਂ ਨੇ, ਜੇ ਕੋਈ ਸਮੁੰਦਰ ਦੇ ਵਿੱਚ ਡੁੱਬ ਜਾਵੇ ਨਾ, ਉਹ ਉਸ ਨੂੰ ਬਾਹਰ ਨੂੰ ਧੱਕ ਕੇ ਲੈ ਆਉਂਦੀਆਂ ਨੇ। ਜਦੋਂ ਪਿੱਛੋਂ ਹਵਾ ਦੇ ਨਾਲ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ, ਜੇ ਕੋਈ ਸਮੁੰਦਰ ਵਿੱਚ ਡੁੱਬਦਾ ਹੋਵੇ, ਉਹਨੂੰ ਕਿਨਾਰੇ ਵੱਲ ਨੂੰ ਧੱਕ ਕੇ ਲੈ ਜਾਂਦੀਆਂ ਨੇ। ਲੋ ਭਗਤ ਜੀ ਕਹਿੰਦੇ ਨੇ, ਮੈਂ ਵੀ ਪਦਾਰਥਾਂ ਦੇ, ਮਾਇਆ ਦੇ, ਮੋਹ ਦੇ ਪਾਣੀ ਵਿੱਚ ਡੁੱਬ ਗਿਆ ਸੀ, ਪਰ ਜਦੋਂ ਦੈਵੀ ਗੁਣਾਂ ਦੀ ਲਹਿਰ ਆਈ, ਉਸਨੇ ਝਬਕ ਦਾ ਅਰਥ ਹੈ ਤੁਰੰਤ, ਸ਼ੀਘਰ ਮੈਨੂੰ ਉਸਨੇ ਬਾਹਰ ਕੱਢ ਦਿੱਤਾ। ਜਬ ਦੇਖਿਓ ਬੇੜਾ ਜਰਜਰਾ, ਤਬ ਉਤਰ ਪਰਿਓ ਹੋਂ ਫਰਕ। ਇਹ ਕਦੋਂ ਗੱਲ ਹੋਈ? ਭਗਤ ਕਬੀਰ ਜੀ ਕਹਿੰਦੇ, ਮੈਂ ਇੱਕ ਵਾਰੀ ਸਮੁੰਦਰ ਦੇ ਵਿੱਚ ਜਹਾਜ਼ 'ਤੇ ਚੜ੍ਹਿਆ। ਉਹ ਜਹਾਜ਼ ਸੀ ਪੁਰਾਣਾ, ਜਰਜਰਾ ਤੋਂ ਭਾਵ ਹੈ ਪੁਰਾਣਾ। ਉਹ ਜਹਾਜ਼ ਸੀ ਪੁਰਾਣਾ। ਜਦੋਂ ਉਹ ਜਹਾਜ਼ ਸਮੁੰਦਰ ਵਿੱਚ ਗਿਆ ਅਤੇ ਉਹ ਡੁੱਬ ਗਿਆ। ਜਦੋਂ ਡੁੱਬਣ ਲੱਗਿਆ, ਮਲਾਹ ਨੇ ਵਾਰਨਿੰਗ ਦਿੱਤੀ, ਭਾਈ ਜਿਹੜਾ ਤਰਨ ਜਾਣਦਾ ਹੈ ਉਹ ਛਾਲਾਂ ਮਾਰ ਦਿਓ, ਤਰ ਕੇ ਪਾਰ ਹੋ ਜਾਓ। ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਦੇਖਿਆ ਵੀ ਇਹ ਜਿਹੜਾ ਬੇੜਾ ਹੈ, ਜਹਾਜ਼ ਹੈ, ਪੁਰਾਣਾ ਹੈ, ਅਤੇ ਜਦੋਂ ਮਲਾਹ ਨੇ ਵਾਰਨਿੰਗ ਦਿੱਤੀ ਤਾਂ ਉੱਤਰ ਪਰਿਓ ਹੋਂ ਫਰਕ, ਮੈਂ ਵੀ ਉਸ ਤੋਂ ਹੇਠਾਂ ਉਤਰਿਆ, ਭਾਵ ਮੈਂ ਵੀ ਸਮੁੰਦਰ ਵਿੱਚ ਛਾਲ ਮਾਰ ਦਿੱਤੀ, ਉਸ ਤੋਂ ਫਰਕ ਕਿਨਾਰਾ ਕਰ ਲਿਆ। ਕਹਿੰਦੇ ਜਦੋਂ ਬੇੜਾ ਡੁੱਬਦਾ ਹੋਵੇ, ਉਸ ਵੇਲੇ ਉਸ ਤੋਂ ਬਚਾਅ ਦੇ ਲਈ ਇਹੀ ਤਰੀਕਾ ਹੁੰਦਾ ਵੀ ਤੁਸੀਂ ਜਿਹੜੀ ਇੱਕੋ ਰੱਖਿਆ ਜਾਕਟ ਹੁੰਦੀ ਹੈ, ਅਤੇ ਜਾਂ ਕੋਈ ਤੁਲਹਾ ਲੈ ਕੇ ਤੁਸੀਂ ਸਮੁੰਦਰ ਵਿੱਚ ਛਾਲ ਮਾਰ ਦਿਓ, ਤੁਹਾਡੀ ਜਾਨ ਬਚ ਸਕਦੀ ਹੈ। ਜੇ ਡੁੱਬਦੇ ਜਹਾਜ਼ ਵਿੱਚ ਬੈਠੋਗੇ ਫਿਰ ਤੁਸੀਂ ਨਾਲ ਹੀ ਡੁੱਬ ਜਾਵੋਗੇ। ਇਸੇ ਵਾਸਤੇ ਭਗਤ ਜੀ ਕਹਿੰਦੇ ਨੇ, ਮੈਂ ਵੀ ਡੁੱਬ ਚੱਲਿਆ ਸੀ, ਪਰ ਦੈਵੀ ਗੁਣਾਂ ਦੀ ਲਹਿਰ ਨੇ ਐਸਾ ਹਲੋਰਾ ਦਿੱਤਾ ਅਤੇ ਮੈਨੂੰ ਉਹਨਾਂ ਨੇ ਕਿਨਾਰੇ 'ਤੇ ਪਹੁੰਚਾ ਦਿੱਤਾ। ਪਹਿਲਾਂ ਮੈਂ ਵੀ ਇੱਕ ਪੁਰਾਣੇ ਜਹਾਜ਼ 'ਤੇ ਚੜ੍ਹਿਆ ਹੋਇਆ ਸੀ, ਅਤੇ ਜਦੋਂ ਡੁੱਬਣ ਲੱਗਿਆ ਅਤੇ ਮੈਨੂੰ ਕੰਨਾਂ ਵਿੱਚ ਆਵਾਜ਼ ਪਈ, ਭਾਈ ਜੇ ਬਚਣਾ ਚਾਹੁੰਦੇ ਹੋ ਅਤੇ ਸਮੁੰਦਰ ਵਿੱਚ ਛਾਲ ਮਾਰ ਦਿਓ। ਅਤੇ ਅਸੀਂ ਦੈਵੀ ਗੁਣਾਂ ਨੂੰ, ਵੈਰਾਗ ਵਿਵੇਕ ਨੂੰ ਧਾਰਨ ਕਰਕੇ ਅਤੇ ਅਸੀਂ ਵੀ ਛਲਾਂਗ ਮਾਰ ਦਿੱਤੀ, ਭਾਵ ਅਸੀਂ ਵਾਹਿਗੁਰੂ ਦੇ ਭਰੋਸੇ 'ਤੇ ਕੁੱਦ ਪਏ। ਇਸ ਪੁਰਾਣੇ ਜਹਾਜ਼ ਨੂੰ, ਸੰਸਾਰ ਦੇ ਮੋਹ ਨੂੰ, ਡੇਰੇਦਾਰੀ ਦੇ ਮੋਹ ਨੂੰ, ਸਰੀਰ ਦੇ ਮੋਹ ਨੂੰ, ਸੰਸਾਰੀ ਜੀਵਨ ਦੇ ਮੋਹ ਨੂੰ ਛੱਡ ਦਿੱਤਾ, ਅਤੇ ਅਸੀਂ ਮਾਰ ਕੇ ਛਾਲ ਡੁੱਬਦੇ ਬੇੜੇ ਤੋਂ
ਬਾਹਰ ਨਿਕਲ ਗਏ ਤੇ ਇਉਂ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੈ। ਇਹ ਹੈ ਪਾਵਨ ਭਗਤ ਕਬੀਰ ਜੀ ਦੀ ਬਾਣੀ ਦੀ ਸੁੰਦਰ ਵਿਚਾਰ ਜੋ ਆਪਾਂ ਸਰਵਣ ਕੀਤੀ ਹੈ। ਇਹਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਡੂਬਾ ਥਾਪੈ ਉਬਰਿਓ, ਗੁਣ ਕੀ ਲਹਿਰ ਚਬਕ। ਜਬ ਦੇਖਿਓ ਬੇੜਾ ਜਰਜਰਾ, ਤਬ ਉਤਰ ਭਰਿਓ ਹੋਂ ਫਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।